ते शिवा पर मोहे है, शुभ कर्मन ते कभू न डरूं, न डरूं और सोच अब जाए लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਹਰਮਨ ਪਿਆਰਾ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 471 ਭਾਗ ਜਿਹੜੇ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਤੇ ਅੱਜ 472 ਨੰਬਰ ਲੈ ਕੇ ਇੱਕ ਨਵਾਂ ਐਪੀਸੋਡ ਲੈ ਕੇ ਫਿਰ ਆਪ ਸੰਗਤਾਂ ਦੇ ਸਾਹਮਣੇ ਹਾਜ਼ਰ ਹੋਏ ਹਾਂ। ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਨ ਜਿਹੜੇ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਤੇ ਪਸੰਦ ਕਰਦੇ ਨੇ। ਖਾਸ ਕਰਕੇ ਧੰਨਵਾਦ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ ਜਿਹੜੇ ਕਿ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰਬਾਣੀ ਤੇ ਗੁਰ ਫਲਸਫੇ ਦੇ ਆਧਾਰ ਤੇ ਦਿੰਦੇ ਨੇ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਐਪੀਸੋਡ ਵਿੱਚ ਵੀਰ ਜੀ ਤੁਸੀਂ ਦੱਸ ਰਹੇ ਸੀ ਕਿ ਲਖਮੀਰ, ਸ਼ਮੀਰ ਤੇ ਤਖਤੂਮਲ ਭਰਾਵਾਂ ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਇਹ ਘੋੜਾ ਤੇ ਪੋਸ਼ਾਕ ਪਹਿਨ ਕੇ ਜਿੰਨੇ ਇਲਾਕੇ ਵਿੱਚ, ਜਿੰਨੇ ਏਰੀਏ ਵਿੱਚ ਵੀ ਤੁਸੀਂ ਘੁੰਮ ਸਕਦੇ ਘੁੰਮੋ, ਤੁਹਾਡੇ ਹੋਵੇਗਾ। ਪਰ ਉਹ ਉਹਨਾਂ ਕੋਲ ਬਖਸ਼ਿਸ਼ ਲੈ ਨਹੀਂ ਹੋਈ, ਪੂਰੀ ਤਰ੍ਹਾਂ ਸਾਂਭੀ ਨਹੀਂ ਗਏ, ਕਿਉਂਕਿ ਉਹਨਾਂ ਦੇ ਮਨ ਵਿੱਚ ਉਹਨਾਂ ਦੇ ਮਾਮੇ ਨੇ ਸ਼ੱਕ ਪਾ ਦਿੱਤਾ ਸੀ, ਉਹਨਾਂ ਦੀ ਸੋਚ ਨੂੰ ਬਦਲ ਦਿੱਤਾ। ਫਿਰ ਦੂਸਰੀ ਬਖਸ਼ਿਸ਼ ਹੋਈ ਜਦੋਂ ਸਤਿਗੁਰੂ ਜੀ ਕੋਲੋਂ ਸ਼ਮੀਰ ਨੇ ਸਤਿਗੁਰੂ ਜੀ ਦਾ ਪ੍ਰਸ਼ਾਦੇ ਤੋਂ ਪ੍ਰਸੀਦ ਪ੍ਰਸ਼ਾਦ ਦੀ ਮੰਗ ਕੀਤੀ ਤਾਂ ਉਹ ਵੀ ਉਹ ਖਾ ਨਹੀਂ ਸਕੇ। ਉਹ ਆਪਣੇ ਕੋਲ ਕਹਿੰਦੇ ਕਿ ਬਖਸ਼ਿਸ਼ ਨੂੰ ਸਾਂਭਣਾ ਵੀ ਬੜਾ ਔਖਾ ਹੁੰਦਾ ਹੈ, ਪਰ ਉਹ ਵੀ ਪੂਰੀ ਤਰ੍ਹਾਂ ਸਤਿਗੁਰੂ ਜੀ ਦੀ ਖੁਸ਼ੀ ਜਿਹੜੀ ਉਹ ਨਹੀਂ ਲੈ ਸਕੇ। ਅੱਜ ਦਾ ਸਵਾਲ ਮੇਰਾ ਇਹ ਹੈ ਕਿ ਦੋ ਕਤਾਈਆਂ ਦੇ ਉਪਰੰਤ ਵੀ ਸਤਿਗੁਰੂ ਜੀ ਨੇ ਸ਼ਮੀਰ ਭਰਾਵਾਂ ਨੂੰ ਕਹਿ ਸਕੇ ਤਿੰਨਾਂ ਭਰਾਵਾਂ ਨੂੰ ਕੀ ਖੁਸ਼ੀਆਂ ਦਿੱਤੀਆਂ। ਸਤਿਗੁਰੂ ਜੀ ਨੇ ਬਰਾੜ ਭਰਾਵਾਂ ਨੂੰ ਪੂਰੀ ਤਰ੍ਹਾਂ ਨਿਹਾਲ ਕੀਤਾ ਅਤੇ ਕੀ ਸ਼ਮੀਰ ਭਰਾ ਸਤਿਗੁਰੂ ਜੀ ਦੀ ਬਖਸ਼ਿਸ਼ ਲੈ ਸਕੇ ਜਾਂ ਨਹੀਂ ਲੈ ਸਕੇ, ਇਹਦੇ ਬਾਰੇ ਸੰਗਤਾਂ ਨਾਲ ਸਾਂਝ ਪਾਓ। ਭੈਣ ਜੀ ਤੁਹਾਡਾ ਸਵਾਲ ਬੜਾ ਜਾਇਜ਼ ਵੀ ਆ ਔਰ ਇਹਦੇ ਉੱਤਰ ਦੇ ਵਿੱਚ ਮੈਂ ਇਤਿਹਾਸ ਦੀਆਂ ਕੁਝ ਸਾਖੀਆਂ ਉਸ ਸਮੇਂ ਜਿਹੜੀਆਂ ਵਾਪਰੀਆਂ ਲਖਵੀਰ ਨਾਲ, ਸ਼ਬੀਰ ਨਾਲ, ਗੁਰੂ ਸਾਹਿਬ ਦੀਆਂ, ਉਹ ਮੈਂ ਸਾਂਝੇ ਕਰਨੀਆਂ ਜੀ। ਪਰ ਜਿਹੜੀ ਗੱਲ ਆਪਾਂ ਪਿਛਲੀ ਕਰ ਰਹੇ ਸੀਗੇ ਨਾਲ ਉਹ ਵੀ ਤੋਰ ਲੈਂਦੇ ਜੀ ਜੀ ਜੀ। ਜਦੋਂ ਸੀਤ ਪ੍ਰਸ਼ਾਦ ਧਰਤੀ 'ਚ ਗੜ ਦਿੱਤਾ, ਦੂਜੇ ਦਿਨ ਭਰਾਵਾਂ ਨੇ ਜਾਣਾ ਸੀ ਸਤਿਗੁਰੂ ਦੇ ਦੀਵਾਨ ਦੇ ਵਿੱਚ, ਜਾਂਦੇ ਸੀ ਰੋਜ਼। ਹਾਂਜੀ। ਤੇ ਸਤਿਗੁਰੂ ਜਾਣੀ ਜਾਣਾ ਆਪਾਂ ਇਹ ਗੱਲ ਕਰ ਰਹੇ ਸੀ, ਸਤਿਗੁਰੂ ਨੇ ਪੁੱਛਣਾ ਸੀ, ਸਤਿਗੁਰੂ ਨੇ ਪੁੱਛਿਆ ਵੀ ਭਾਈ ਸੀਤ ਪ੍ਰਸ਼ਾਦ ਦਾ ਕੀ ਬਣਿਆ, ਫਿਰ ਸਾਰੇ ਪਰਿਵਾਰ ਨੇ ਛਕਿਆ। ਤੇ ਸ਼ਬੀਰ ਨੇ ਫਿਰ ਹੱਥ ਜੋੜ ਕੇ ਆਖਿਆ ਸਤਿਗੁਰੂ ਨਹੀਂ ਜੀ, ਛਕਣ ਲੱਗੇ ਸੀਗੇ ਜੀ, ਪਰ ਸਾਡੇ ਮਾਮੇ ਨੇ ਫਿਰ ਆ ਕੇ ਭਾਨੀ ਮਾਰਤੀ। ਹਾਂਜੀ। ਤੇ ਪਰਿਵਾਰ ਦਾ ਭਰੋਸਾ ਉੱਡ ਗਿਆ। ਹਾਂਜੀ। ਕਹਿੰਦੇ ਪ੍ਰਸ਼ਾਦ ਬਾਹਰ ਸਿੱਟ ਦੋ। ਮੈਂ ਕਹਿੰਦੀ ਬੇਅਦਬੀ ਨਹੀਂ ਹੋਣ ਦੇਣੀ। ਤੇ ਮੈਂ ਤੇ ਲਖਮੀਰ ਦੋਵਾਂ ਨੇ ਗੱਡ ਕੇ ਟੋਆ ਕੱਢ ਕੇ ਹਾਂਜੀ ਉਹਦੇ ਵਿੱਚ ਵਿਹੜੇ 'ਚ ਕਰਤਾ ਕਿ ਪ੍ਰਸ਼ਾਦ ਦੀ ਬੇਅਦਬੀ ਵੀ ਨਾ ਹੋਵੇ, ਧਰਤੀ 'ਚ ਕੱਢ ਦਿੱਤਾ ਜੀ। ਸਤਿਗੁਰੂ ਕਹਿੰਦੇ ਸ਼ਮੀਰ ਕਤਾਈਆਂ ਤੂੰ ਬੜੀਆਂ ਕਰ ਰਿਹਾ ਜੀ, ਭਰੋਸਾ ਤੇਰਾ ਵਾਰ-ਵਾਰ ਟੁੱਟ ਰਿਹਾ, ਪਰ ਇੱਕ ਤੇਰੀ ਖੂਬੀ ਆ, ਤੂੰ ਬੋਲ ਸੱਚ ਰਿਹਾ ਜੀ। ਔਰ ਇਹ ਜਿਹੜਾ ਸੱਚ ਹੈ ਇਹਨੇ ਤੈਨੂੰ ਪਾਰ ਲਾ ਦੇਣਾ। ਠੀਕ। ਸਤਿਗੁਰੂ ਨੇ ਫਿਰ ਵਰਦਾਨ ਦਿੱਤਾ, ਯਾਨੀ ਸਤਿਗੁਰੂ ਦੇ ਬੋਲ ਤਾਂ ਫਿਰ ਬੋਲ ਹੀ ਸਤਿਗੁਰੂ ਦੇ ਵਰਦਾਨ ਆ ਨਾ ਜੀ, ਵੀ ਸੱਚ ਜਿਹੜਾ ਤੂੰ ਬੋਲਦਾ ਨਾ, ਇਹ ਸੱਚ ਨੇ ਤੇਰਾ ਪਾਰ ਉਤਾਰਾ ਕਰ ਦੇਣਾ ਆ। ਭਰੋਸਾ ਤੇਰਾ ਵਾਰ-ਵਾਰ ਟੁੱਟ ਰਿਹਾ ਬਸ। ਹਾਂਜੀ। ਤੇ ਸਤਿਗੁਰੂ ਨਾਲ ਕਹਿੰਦੇ ਉਹ ਸੀਤ ਪ੍ਰਸ਼ਾਦ 'ਚ ਇੰਨੀ ਬਖਸ਼ਿਸ਼ ਸੀਗੀ ਜੀ ਗੁਰੂ ਨਾਨਕ ਦੇ ਦਰ ਘਰ ਦੀ ਕਿ ਅਸੀਂ ਪਹਿਲਾਂ ਤੁਹਾਨੂੰ ਘੋੜਾ ਦੇ ਕੇ ਤੇ ਪੋਸ਼ਾਕ ਦੇ ਕੇ ਇਲਾਕੇ ਦੇ ਰਾਜੇ ਬਣਾਉਣਾ ਚਾਹੁੰਦੇ ਸੀ, ਤੁਸੀਂ ਨਹੀਂ ਬਣਦੇ, ਨਹੀਂ ਬਣੇ। ਜਗੀਰਦਾਰ ਦੇ ਜਗੀਰਦਾਰ ਰਹਿ ਗਏ ਜੀ, ਪਿੰਡ ਦਾ ਗੇੜਾ ਦਿੱਤਾ, ਫਿਰਨੀ ਦਾ ਗੇੜਾ ਦੇ ਕੇ ਆ ਗਿਆ। ਪਰ ਬਾਅਦ ਸੀਤ ਪ੍ਰਸ਼ਾਦ ਦੇ ਕੇ ਅਸੀਂ ਤੁਹਾਡੇ ਕੋਈ ਹਿਰਦੇ ਅੰਦਰ ਜਾਵੇ, ਤੁਹਾਡੇ ਹਿਰਦੇ ਦੀ ਭੁੱਖ ਹੀ ਕੱਢ ਦੇਣਾ ਚਾਹੁੰਦੇ ਸੀ ਤਾਂ ਕਿ ਤੁਹਾਡੀ ਭੁੱਖ ਹੀ ਨਿਕਲ ਜਾਵੇ। ਬਹੁਤ ਵੱਡੀ ਗੱਲ ਆ, ਮਨੁੱਖ ਦੇ ਕੋਲ ਬਹੁਤ ਵੱਡਾ ਸਰਮਾਇਆ ਆ ਜਾਣਾ ਵੀ ਵੱਡੀ ਗੱਲ ਆ ਜੀ ਜੀ ਜੀ, ਪਰ ਕਿਸੇ ਮਨੁੱਖ ਦੇ ਹਿਰਦੇ ਦੀ ਭੁੱਖ ਕੱਟ ਦੇਣੀ ਹਾਂਜੀ, ਕਿ ਉਹ ਸਮਝੇ ਕਿ ਮੈਨੂੰ ਸਰਮਾਏ ਦੀ ਲੋੜ ਹੀ ਨਹੀਂ ਜੀ ਜੀ। ਉਹਦੇ ਨਾਲ ਵੱਡਾ ਸ਼ਹਿਨਸ਼ਾਹ ਕੌਣ ਆ ਜੀ ਜੀ ਜੀ। ਇਸ ਗੱਲ ਨੂੰ ਥੋੜਾ ਸਮਝੀਏ ਪਿਆਰ ਨਾਲ ਕਿ ਇੱਕ ਬੰਦਾ ਕਰੋੜਾਂ ਅਰਬਾਂ ਦਾ ਮਾਲਕ ਹੋ ਕੇ ਫਿਰ ਵੀ ਉਦਾਂ ਹੀ ਦੌੜ ਰਿਹਾ ਕਿ ਹੋਰ ਆ ਜਾਵੇ ਹਾਂਜੀ, ਤ੍ਰਿਪਤ ਨਹੀਂ ਹੋਇਆ। ਤੇ ਉਹਦੇ ਜਿਹੜੇ ਕਰੋੜਾਂ ਇਕੱਠੇ ਕੀਤੇ ਹੋਏ ਆ, ਉਹਨਾਂ ਦਾ ਵੀ ਕੋਈ ਅਰਥ ਨਹੀਂ ਜੇ ਤ੍ਰਿਪਤੀ ਨਹੀਂ ਹੋਈ ਜੀ ਜੀ ਜੀ। ਇੱਕ ਬੰਦਾ, ਔਰ ਸਾਡੇ ਬਹੁਤੇ ਬੰਦੇ ਇਦਾਂ ਹੈ, ਜਦੋਂ ਪੈਸਾ ਆਉਂਦਾ ਪੈਸੇ ਦੇ ਨਾਲ ਫਿਰ ਹੋਰ ਦੌੜ, ਪੈਸਾ ਜੋੜਦੇ ਆ, ਪੈਸੇ ਨਾਲ ਹੋਰ ਜੋੜ ਲੱਗ ਜਾਂਦੀ ਆ। ਔਰ ਜਿੱਦਾਂ ਪੈਸਾ ਆਈ ਜਾਂਦਾ ਓਡੀ ਬੇਈਮਾਨੀ ਵੀ ਆਈ ਜਾਂਦੀ। ਬਹੁਤਿਆਂ ਦਾ ਇਹੀ ਹਾਲ ਹੈ ਦੁਨੀਆ 'ਚ। ਜਿੰਨੀਆਂ ਵੱਡੀਆਂ ਬੇਈਮਾਨੀਆਂ ਆ, ਵੱਡੇ ਸਰਮਾਏ ਵਾਲੇ ਲੋਕਾਂ ਨੇ, ਵੱਡੇ ਰੁਤਬੇ ਵਾਲੇ ਲੋਕਾਂ ਨੇ, ਵੱਡੇ ਪੜ੍ਹੇ ਲਿਖੇ ਲੋਕਾਂ ਨੇ, ਉਹਨਾਂ ਨੇ ਕੀਤੀਆਂ। ਗਰੀਬ ਵਿਚਾਰਾ ਕੀ ਬੇਈਮਾਨੀ ਕਰਦਾ ਜੀ, ਹੁਣ ਤਾਂ ਭੁੱਖ ਦੀ, ਪੇਟ ਦੀ ਭੁੱਖ। ਜਿੰਨੀਆਂ ਵੱਡੀਆਂ ਬੇਈਮਾਨੀਆਂ, ਜਿੰਨੇ ਵੱਡੇ ਬੈਂਕ ਜਿਹੜੇ ਆ, ਜਿੰਨੇ ਬੈਂਕਾਂ ਦੇ ਘੁਟਾਲੇ ਹੋਏ ਆ, ਜਿੰਨੀਆਂ ਵੱਡੀਆਂ ਬੈਂਕਰਪਸੀਆਂ ਹੋਈਆਂ, ਜਿੰਨਾ ਸਾਰਾ ਕੁਝ ਹੋਇਆ, ਜਿੰਨੇ ਸਰਕਾਰੀ ਦਰਬਾਰੇ ਹੁੰਦੇ ਆ, ਉਹ ਤੁਸੀਂ ਉਹਨਾਂ ਦਾ ਕਿਤੇ ਪਿਛੋਕੜ ਦੇਖੋ।
ਬਹੁਤ ਵੱਡੇ ਵੱਡੇ ਲੋਕ ਵੱਡਾ ਵੱਡਾ ਇਕੱਠਾ ਲਿਖਦੇ, ਯਾਨੀ ਬਹੁਤ ਵੱਡਾ ਪਾ ਕੇ ਵੀ ਤ੍ਰਿਪਤ ਨਹੀਂ ਹੋਏ, ਪਾ ਲਿਆ ਬਹੁਤ ਵੱਡਾ, ਪਿਛਲੇ ਪੂਰਬਲੇ ਕਰਮਾਂ ਦਾ ਫਲ ਮਿਲ ਗਿਆ ਪਰ ਤ੍ਰਿਪਤੀ ਨਹੀਂ ਹੋਈ। ਤੇ ਉਹ ਫਿਰ ਅੱਛਾ ਦੂਜੀ ਗੱਲ, ਤੁਹਾਡੇ ਕੋਲ ਬਹੁਤਾ ਕੁਝ ਨਹੀਂ ਪਰ ਤ੍ਰਿਪਤੀ ਹੋ ਗਈ ਆ, ਤੁਹਾਡੇ ਨਾਲੋਂ ਜ਼ਿਆਦਾ ਸੁਖੀ ਕੋਈ ਨਹੀਂ। ਜੇ ਕਿਸੇ ਬੰਦੇ ਦੀ ਖਾਸ਼ ਹੀ ਹੈਗੀ ਆ ਕਿ ਮੇਰੇ ਕੋਲ ਤਾਂ ਜੀ ਲੋੜ ਜੋਗਾ ਮੈਨੂੰ ਚਾਹੀਦਾ, ਮੈਨੂੰ 10,000 ਬਹੁਤ ਹੈ ਉਦਾਹਰਨ ਜੀ ਜੀ ਜੀ, ਤੇ ਉਹਨੂੰ ਕਿਤੇ 50,000 ਆ ਗਿਆ, ਹਾਂਜੀ, ਤੇ ਉਹਦੀ ਤਾਂ ਲੋੜ, ਉਹ ਕਹਿੰਦਾ ਮੈਨੂੰ ਤਾਂ 10,000 ਤੋਂ ਜ਼ਿਆਦਾ ਮੈਨੂੰ ਚਾਹੀਦਾ ਹੀ ਨਹੀਂ, ਜੀ ਜੀ, ਤੇ ਉਹਨੂੰ 50,000 ਮਿਲ ਗਿਆ ਤੇ ਉਹ ਤਾਂ ਨੱਚੂਗਾ, ਹਾਂਜੀ, ਵਾਹ ਵਾਹ ਵਾਹ, ਉਹਦੇ ਮੂੰਹ ਹਮੇਸ਼ਾ ਵਾਹ ਨਿਕਲੂ, ਸਤਿਗੁਰੂ ਦਾ ਸ਼ੁਕਰੀਆ ਨਿਕਲੂਗਾ ਹਮੇਸ਼ਾ। ਤੇ ਇਹ ਤ੍ਰਿਪਤੀ ਸਤਿਗੁਰੂ ਕਹਿੰਦੇ। ਦੂਜੀ ਗੱਲ ਜਿਹੜੀ ਸੀ, ਪਹਿਲਾਂ ਤਾਂ ਰਾਜ ਦੇਣ ਦੀ ਗੱਲ ਕੀਤੀ, ਰਾਜ ਨਹੀਂ ਲਿਆ ਜਗੀਰਦਾਰ ਜਾ ਕੇ ਸਤਿਗੁਰੂ ਨੇ ਕਿਹਾ ਚਲੋ ਇਹ 'ਚ ਖੁਸ਼ ਆ ਤੇ ਇਹਨਾਂ ਨੂੰ ਤ੍ਰਿਪਤੀ ਦੇ ਦਿੰਦੇ ਨੇ, ਭੁੱਖ ਕੱਟ ਦਿੰਦੇ। ਸੀਤ ਪ੍ਰਸ਼ਾਦ ਦਾ ਸਤਿਗੁਰੂ ਨੇ ਕਿਹਾ ਤੁਹਾਡੀ ਸੀ ਭੁੱਖ ਕੱਟਣ ਲੱਗੇ, ਹਿਰਦੇ ਦੀ ਭੁੱਖ ਕੱਟਣ ਲੱਗੇ ਸੀਗੇ, ਤੁਹਾਨੂੰ ਭੁੱਖ ਰਹੇ ਨਾ, ਤੁਸੀਂ ਪ੍ਰਸ਼ਾਦ ਸਾਰਾ ਟੱਬਰ ਛਕ ਲੈਂਦੇ, ਤੁਹਾਡੀ ਭੁੱਖ ਕੱਟੀ ਜਾਣੀ ਸੀ, ਰਹਿਣੀ ਨਹੀਂ ਸੀ ਕੋਈ ਭੁੱਖ। ਤੇ ਇਦੋਂ ਵੱਡੀ ਮਾਨਤਾ ਕਿਹੜੀ ਹੋ ਸਕਦੀ ਆ, ਪਰ ਤੁਸੀਂ ਉਹ ਵੀ ਨਹੀਂ ਲੈ ਸਕੇ। ਪਰ ਉਹ ਜਿਹੜਾ ਪ੍ਰਸ਼ਾਦ ਸੀਗਾ ਸੀਤ ਪ੍ਰਸ਼ਾਦ, ਉਹਦੇ 'ਚ ਭੁੱਖ ਕੱਟਣ ਦੀ ਸਮਰੱਥਾ ਸੀ, ਤੁਸੀਂ ਧਰਤੀ 'ਚ ਕੱਢ ਦਿੱਤਾ ਆ। ਹੁਣ ਮਾਲਵੇ ਦੀ ਧਰਤੀ ਦੇ ਉੱਤੇ ਬਖਸ਼ਿਸ਼ ਹੋ ਗਈ ਆ। ਆਹ ਤੁਹਾਡਾ ਇਲਾਕਾ ਜਿੱਥੇ ਕਾਹੀ ਤੋਂ ਬਿਨਾ, ਜੰਡ ਤੋਂ ਬਿਨਾ, ਪੀਲੂ ਤੋਂ ਬਿਨਾ, ਕੁਛ ਨਹੀਂ ਸੀ ਹੋਰ ਹੁੰਦਾ, ਬਹੁਤ ਕੁਛ ਨਹੀਂ ਹੁੰਦਾ। ਹਾਂਜੀ, ਪੀਲੂ ਖਾ ਕੇ ਗੁਜ਼ਾਰਾ ਕਰਨ ਵਾਲੇ ਲੋਕ, ਬੇਰ ਖਾ ਕੇ ਗੁਜ਼ਾਰਾ ਕਰਨ ਵਾਲੇ ਲੋਕ, ਜਿੱਥੇ ਬਹੁਤ ਵੱਡੀਆਂ ਫਸਲਾਂ ਨਹੀਂ ਹੁੰਦੀਆਂ, ਕਿਉਂਕਿ ਧਰਤੀ 'ਚ ਸੀਤ ਪ੍ਰਸ਼ਾਦ ਕੱਢ ਦਿੱਤਾ, ਧਰਤੀ ਤੇ ਬਖਸ਼ਿਸ਼ ਹੋ ਗਈ। ਤੂੰ ਦੇਖੇਗਾ ਆਉਣ ਵਾਲੇ ਸਮੇਂ ਦੇ ਵਿੱਚ ਮਾਲਵੇ 'ਚ ਖੇਤਾਂ ਦੇ ਝਾੜ ਹੋਣਗੇ, ਬਹੁਤ ਜ਼ਿਆਦਾ ਲਹਿਰਾਂ ਬਹਿਰਾਂ ਹੋਣਗੀਆਂ, ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ। ਇਦਾਂ ਦੀਆਂ ਬਖਸ਼ਿਸ਼ਾਂ ਸਤਿਗੁਰੂ ਨੇ ਮਾਲਵੇ 'ਚ ਕਈ ਥਾਂ ਕੀਤੀਆਂ। ਠੀਕ ਹੈ ਵੀ ਇੱਥੇ ਤੁਹਾਡੇ ਇਹ ਬਖਸ਼ਿਸ਼ਾਂ ਹੋਣਗੀਆਂ, ਫਸਲਾਂ ਜ਼ਿਆਦੀਆਂ ਹੋਣਗੀਆਂ, ਧਰਤੀ ਤੇ ਬਖਸ਼ਿਸ਼ ਹੋ ਗਈ। ਸਤਿਗੁਰੂ ਨੇ ਇਹ ਸ਼ਬਦ ਲਖਮੀਰ ਤੇ ਸ਼ਮੀਰ ਨੂੰ ਬੋਲਤੇ, ਸਤਿਗੁਰੂ ਦੀ ਬਖਸ਼ਿਸ਼, ਸਤਿਗੁਰੂ ਦੀ ਰਹਿਮਤ। ਪਰ ਕਹਿੰਦੇ ਜਿਹੜਾ ਬੰਦਾ ਤੁਹਾਡਾ ਮੰਮਾ ਜਿਹੜਾ ਆ, ਹਾਂਜੀ, ਤੁਹਾਨੂੰ ਗੁਰੂ ਨਾਲੋਂ ਤੋੜ ਰਿਹਾ ਤੇ ਦੂਜੇ ਬੰਨੇ ਜੋੜ ਰਿਹਾ, ਹਾਂਜੀ, ਉਹ ਤਾਂ ਕੋੜੀ ਵਾਲਾ ਕੰਮ ਕਰ ਰਿਹਾ। ਜੀ ਜੀ ਜੀ, ਜਿਹੜਾ ਬੰਦਾ ਸਿੱਖ ਦੀ ਸ਼ਰਧਾ ਗੁਰੂ ਨਾਲੋਂ ਤੋੜਦਾ ਨਾ, ਜੀ, ਉਹ ਕੋੜੀ ਵਾਲਾ ਕੰਮ ਕਰ ਰਿਹਾ। ਸਤਿਗੁਰੂ ਨੇ ਇਹ ਗੱਲ ਸ਼ਬਦ ਵਰਤੇ, ਠੀਕ ਵੀ ਸਿੱਖ ਦੀ ਸ਼ਰਧਾ ਤੋੜ ਰਿਹਾ। ਤੁਸੀਂ ਏਡੇ ਸ਼ਰਧਾਲੂ ਸਿੱਖਿਆ, ਖਾਨਦਾਨੀ ਸਿੱਖਿਆ, ਜੋਧਰਾਏ ਦੇ ਤੁਸੀਂ ਪੋਤੇ ਆ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਆਇਆ, ਤੇ ਤੁਹਾਡੀ ਖਾਨਦਾਨੀ ਸ਼ਰਧਾ, ਤੁਹਾਡਾ ਮਾਮਾ ਜਿਹੜਾ ਆ ਉਹ ਤੋੜ ਰਿਹਾ ਆ, ਉਹ ਕੋੜੀ ਵਾਲਾ ਕੰਮ ਕਰ ਰਿਹਾ। ਤੇ ਸਤਿਗੁਰੂ ਕਹਿੰਦੇ ਕੋੜੀ ਹੋ ਕੇ ਮਰੂਗਾ। ਠੀਕ, ਹੁਣ ਸਤਿਗੁਰੂ ਨੇ ਉਹ ਵੀ ਸ਼ਬਦ ਬੋਲਦੇ ਵੀ ਜਿਹੜਾ ਬੰਦਾ ਕੋੜੀ ਵਾਲੇ ਕੰਮ ਕਰਦਾ ਆ, ਉਹ ਕੋੜੀ ਦਾ ਜੀਵਨ ਜੀ ਰਿਹਾ, ਕੋੜੀ ਹੋ ਕੇ ਮਰਨਾ ਉਹਨੇ। ਇਹ ਸਤਿਗੁਰੂ ਨੇ ਸ਼ਬਦ ਉੱਥੇ ਆਖ ਦਿੱਤੇ। ਇੱਥੇ ਥੋੜਾ ਜਿਹਾ ਹਾਵ ਜਾ ਕੇ ਇੱਕ ਗੱਲ ਮੈਂ ਆਖਣੀ ਚਾਹੁੰਦਾ ਜੀ, ਜਿਹੜੀ ਤੁਹਾਡੇ ਮਨ 'ਚ ਆ ਗਈ, ਕਿ ਜਿਹੜਾ ਵੀ ਮਨੁੱਖ ਕਿਸੇ ਸਿੱਖ ਦੀ ਸ਼ਰਧਾ ਤੋੜਦਾ ਆ, ਬੇਸ਼ੱਕ ਉਹ ਪ੍ਰਚਾਰਕ ਆ, ਬੇਸ਼ੱਕ ਉਹ ਲੀਡਰ ਆ, ਬੇਸ਼ੱਕ ਉਹ ਪ੍ਰਧਾਨ ਆ, ਬੇਸ਼ੱਕ ਉਹ ਜਿਹੜੇ ਮਰਜ਼ੀ ਰੂਪ ਦੇ ਵਿੱਚ ਆ, ਚਾਹੇ ਉਹ ਆਮ ਇਨਸਾਨ ਆ ਜੀ, ਜਿਹੜਾ ਸਿੱਖ ਦੀ ਗੁਰੂ ਨਾਲੋਂ ਸ਼ਰਧਾ ਤੋੜਦਾ ਆ, ਗੁਰੂ ਸਾਹਿਬ ਦੇ ਬਚਨ ਆ ਕਿ ਕੋੜੀ ਵਾਲਾ ਜੀਵਨ ਜਿਉ ਰਿਹਾ ਆ, ਕੋੜੀ ਵਾਲਾ ਕੰਮ ਕਰ ਰਿਹਾ ਉਹ, ਤੇ ਉਹ ਕੋੜੀ ਹੋ ਕੇ ਮਰੂਗਾ, ਤੇ ਜਾਂ ਫਿਰ ਅਗਲੇ ਜਨਮ 'ਚ ਕੋੜੀ ਹੋ ਕੇ ਪੈਦਾ ਹੋਊਗਾ ਜੀ। ਸੋ ਸਤਿਗੁਰੂ ਇੰਨਾ ਇਸ ਗੱਲ ਨੂੰ ਇੰਨਾ ਮਾੜਾ ਗਿਣਦੇ ਆ ਜੀ ਜੀ, ਗੁਰੂ ਨਾਲ ਤੋੜਨਾ। ਹਾਂਜੀ, ਉਹ ਤੁਸੀਂ ਕਿਸੇ ਦਾ ਧਿਆਨ ਜੇ ਟਿਕਾ ਨਹੀਂ ਸਕਦੇ, ਕਿਸੇ ਦਾ ਧਿਆਨ ਟਿਕਾਉਣ ਦਾ ਕੋਈ ਬੰਨਣ ਬੰਨ ਨਹੀਂ ਸਕਦੇ, ਕਿਸੇ ਦੇ ਅੰਦਰ ਸ਼ਰਧਾ ਨਹੀਂ ਲਾ ਸਕਦੇ, ਕਿਸੇ ਨੂੰ ਟਿਕਣਾ ਨਹੀਂ ਸਿਖਾ ਸਕਦੇ, ਘੱਟੋ ਘੱਟ ਤੋੜੋ ਤਾਂ ਨਾ, ਪਾਪਾਂ ਦੇ ਭਾਗੀ ਤਾਂ ਨਾ ਬਣੋ। ਤੇ ਸਤਿਗੁਰੂ ਨੇ ਜਿਹੜੀ ਸੀ ਉੱਥੇ ਇਹ ਵੀ ਸ਼ਬਦ ਬੋਲ ਦਿੱਤੇ। ਪਰ ਇਹ ਸ਼ਬਦ ਸਤਿਗੁਰੂ ਦੇ ਇਕੱਲੇ ਮਾਮੇ ਲੱਖੂ ਲਈ ਨਹੀਂ, ਇਹ ਸਾਰਿਆਂ ਮਾਮਿਆਂ ਲਈ ਆ ਜਿਹੜੇ ਤੋੜਦੇ ਆ ਜੀ ਜੀ, ਸਾਰਿਆਂ ਲਈ ਆ, ਹਰ ਮਨੁੱਖ ਲਈ ਆ। ਬੇਸ਼ੱਕ ਉਹ ਗ੍ਰੰਥੀ ਆ, ਬੇਸ਼ੱਕ ਉਹ ਪ੍ਰਚਾਰਕ ਆ, ਬੇਸ਼ੱਕ ਉਹ ਲੇਖਕ ਆ, ਬੇਸ਼ੱਕ ਉਹ ਸਾਹਿਤਕਾਰ ਆ, ਬੇਸ਼ੱਕ ਉਹ ਪ੍ਰਧਾਨ ਹੈ। ਅੱਜ ਕੱਲ੍ਹ ਇਹਨਾਂ ਲੋਕਾਂ ਨੇ ਜ਼ਿਆਦਾ ਸ਼ੁਰੂ ਕੀਤਾ ਜੀ ਜੀ, ਤੇ ਉਹ ਜਿਹੜੇ ਮਰਜ਼ੀ ਹੈਗਾ ਆ, ਜਿੱਥੇ ਮਰਜ਼ੀ ਹੈਗਾ ਆ, ਉਹ ਕੋੜੀ ਵਾਲਾ ਜੀਵਨ ਜੀਊਗਾ। ਬੇਸ਼ੱਕ ਬਾਹਰੋਂ ਤੌਰ ਤੇ ਸਰੀਰਕ ਤੌਰ ਤੇ ਕੋੜੀ ਨਾ ਵੀ ਦੱਸੇ, ਉਹਦੇ ਅੰਦਰਲੀ ਬਿਰਤੀ ਕੋੜੀ ਵਰਗੀ ਹੋ ਜਾਂਦੀ ਆ। ਔਰ ਉਹਨਾਂ ਦੀ ਨੀਂਦਾਂ ਉੱਡ ਜਾਂਦੀਆਂ, ਉਹਨਾਂ ਦਾ ਚੈਨ ਉੱਡ ਜਾਂਦਾ, ਉਹਨਾਂ ਦਾ ਆਲਾ ਦੁਆਲਾ ਜਿਹੜਾ ਆ ਉਹਨਾਂ ਦੇ ਉੱਤੇ, ਉਹਨਾਂ ਤੋਂ ਉੱਦਾਂ ਦੂਰ ਦੂਰ ਭੱਜਦਾ ਆ ਜਿੱਦਾਂ ਕੋੜੀ ਤੋਂ ਭੱਜਦੇ ਹੁੰਦੇ ਜੀ ਜੀ ਜੀ, ਕਿ ਸਾਨੂੰ ਨਾ ਕੋੜ ਹੋ ਜਾਵੇ। ਹਾਂਜੀ, ਇਦਾਂ ਦੇਖਿਆ ਆ ਪ੍ਰਚਾਰਕਾਂ ਬਹੁਤਿਆਂ ਦੇ ਨਾਲ ਬੜਾ ਸਤਿਕਾਰ ਹੁੰਦਾ, ਪਰ ਗੁਰੂ ਨਾਲ ਤੋੜਨ ਦੀ ਗੱਲ ਕਰਦੇ ਆ, ਤੇ ਜਦੋਂ ਟੁੱਟਦਾ ਤੇ ਗੁਰੂ ਦੀ ਕਲਾ ਫੇਰ ਵਰਦੀ ਆ, ਲੋਕਾਂ ਨੂੰ ਤਾਂ ਉੱਦਾਂ ਹੀ ਦੂਰ ਦੂਰ ਭੱਜਦੇ ਆ ਜਿੱਦਾਂ ਕੋੜੀ ਤੋਂ ਭੱਜਦਾ ਜੀ, ਉਹਦਾ ਆਲਾ ਦੁਆਲਾ ਕੋੜੀ ਵਾਲਾ ਹੋ ਜਾਂਦਾ ਹੈ। ਪਰ ਵੀਰ ਜੀ ਅੱਜ ਕੱਲ ਜਿੱਦਾਂ ਮੀਡੀਆ 'ਚ ਵੀ ਬਹੁਤ ਕੁਝ ਵੇਖਣ ਨੂੰ ਆ ਰਿਹਾ, ਜਿੱਦਾਂ ਉੱਥੇ ਸਿੱਖੀ ਨੂੰ ਕਹਿੰਦੇ ਕਿ ਉਹਦੇ ਸਿੱਖੀ ਨਾਲੋਂ ਤੋੜਨ ਨੂੰ ਬਹੁਤ ਉਪਰਾਲੇ ਚੱਲ ਰਹੇ ਤੇ ਹੋ ਵੀ ਰਹੇ, ਕਈ ਲੋਕੀ ਕਾਮਯਾਬ ਵੀ ਹੋ ਗਏ, ਪਰ ਮੇਰਾ ਖਿਆਲ ਜਿਹੜਾ ਸਤਿਗੁਰੂ ਜੀ ਦਾ ਬਚਨ ਉਹ ਜ਼ਰੂਰ ਪੂਰਾ ਹੋਊਗਾ ਕੋਈ ਵੀ ਇਨਸਾਨ। ਬਿਲਕੁਲ। ਔਰ ਅੱਜ ਕੱਲ ਸਾਡੇ ਮੈਂ ਸੋਚਦਾ ਸਾਡਾ ਲੇਖਕ ਲਾਣਾ ਜੀ, ਸਾਡਾ ਪ੍ਰਚਾਰਕ ਲਾਣਾ, ਉਹਦੇ 'ਚ ਮਾਰ ਸਭ ਤੋਂ ਜ਼ਿਆਦਾ ਵਗ ਗਈ ਹੈ। ਸਾਡਾ ਜਿਹੜੇ ਪ੍ਰਬੰਧਕ ਲਾਣਾ, ਉਹਨਾਂ 'ਚ ਵੀ ਇਹ ਮਾਰ ਬਹੁਤ ਜ਼ਿਆਦਾ ਲੱਗ ਗਈ। ਔਰ ਹੱਥ ਜੋੜ ਕੇ ਬੇਨਤੀ ਆ, ਸਤਿਗੁਰ ਦੀਆਂ ਬਖਸ਼ਿਸ਼ਾਂ ਦੇ ਆਪ ਪਾਤਰ ਬਣੋ, ਸਤਿਗੁਰ ਤੇ ਭਰੋਸਾ ਕਾਇਮ ਰੱਖੋ। ਔਰ
ਗੁਰੂ ਨੂੰ ਵੱਡਾ ਕਰਕੇ ਜਾਣੋ ਜੀ। ਗੁਰੂ ਨੂੰ ਵੱਡਾ ਕਰਕੇ ਜਾਣੋਗੇ, ਗੁਰੂ ਤੁਹਾਨੂੰ ਵੀ ਵਡਿਆਈਆਂ ਦੇਵੇਗਾ। ਇਹ ਜਿਹੜੀ ਸ਼ਰਧਾ ਆ, ਭਰੋਸਾ ਆ, ਇਸੇ ਕਰਕੇ ਅਰਦਾਸ ਦੇ ਵਿੱਚ ਭਰੋਸਾ ਦਾਨ ਵੀ ਮੰਗਦੇ ਆ। ਜੀ ਜੀ ਜੀ। ਜੇ ਅਸੀਂ ਭਰੋਸਾ ਦਾਨ ਮੰਗਦੇ ਆ, ਵਿਸ਼ਵਾਸ ਦਾਨ ਮੰਗਦੇ ਆ, ਜੇ ਆਪਾਂ ਭਰੋਸਾ ਦਾਨ ਮੰਗਦੇ ਆ ਤੇ ਉਹ ਭਰੋਸਾ ਦਾਨ ਮੰਗਣ ਤੱਕ ਹੀ ਨਾ ਰਹਿ ਜਾਵੇ, ਉਹਨੂੰ ਆਪਣੇ ਹਿਰਦੇ ਅੰਦਰ ਤੁਹਾਡੇ ਸਵਾਲ ਨਾਲ ਮੈਂ ਗਾਂ ਤੁਰਾਂ ਜੀ। ਤੁਸੀਂ ਇਹ ਗੱਲ ਬੜੀ ਸਵਾਲ ਚ ਕੀਤੀ ਕਿ ਭਾਈ ਲਖਮੀਰ ਤੇ ਸ਼ਮੀਰ ਤੇ ਬਖਸ਼ਿਸ਼ ਹੋਈ ਵੀ ਜੀ, ਕਿਉਂਕਿ ਬਖਸ਼ਿਸ਼ ਲੈ ਵੀ ਸਕੇ ਫਿਰ। ਹਾਂਜੀ, ਜਾਨੀ ਦੋ ਚਾਂਸ ਵੱਡੇ ਚਾਂਸ ਉਹ ਮਿਸ ਕਰ ਲੈ ਕਿ ਉਹ ਬਖਸ਼ਿਸ਼ ਲੈ ਵੀ ਸਕੇ। ਮੈਂ ਇਹਨੂੰ ਕੁਝ ਹੋਰ ਅੰਦਾਜ਼ ਚ ਲੈਣਾ, ਗੁਰਮਤਿ ਫਲਸਫੇ ਨਾਲ ਜੋੜ ਕੇ। ਸਤਿਗੁਰ ਦੀ ਸੇਵਾ ਹੀ ਆਪਣੇ ਆਪ ਚ ਬਖਸ਼ਿਸ਼ ਦਾ ਸੇਵਾ ਤਾਂ ਕਰ ਰਿਹਾ ਜੀ, ਵੀ ਸਤਿਗੁਰ ਦੀ ਸੇਵਾ ਤੋਂ ਹਟੇ ਨਹੀਂ, ਸਿਮਰਨ ਕਰ ਰਿਹਾ। ਸਤਿਗੁਰੂ ਦੇ ਦੀਵਾਨ 'ਚ ਬੈਠਦੇ ਆ, ਬਾਣੀ ਪੜ੍ਹਦੇ ਆ, ਬਾਣੀ ਸੁਣਦੇ ਆ, ਨਾਲ ਬੈਠ ਕੇ ਸਿਮਰਨ ਕਰਦੇ ਆ, ਦੀਵਾਨਾਂ ਦੇ ਵਿੱਚ ਹਾਜ਼ਰੀ ਭਰਦੇ ਆ। ਸੇਵਾ ਕਰਨੀ, ਸਿਮਰਨ ਕਰਨਾ ਆਪਣੇ ਆਪ ਜੀ ਬਖਸ਼ਿਸ਼ ਆ ਜੀ। ਬਖਸ਼ਿਸ਼ ਉਹਨਾਂ ਤੇ ਹੋ ਰਹੀ ਆ ਔਰ ਉਹਨਾਂ ਤੇ ਸਤਿਗੁਰੂ ਦੀ ਖੁਸ਼ੀ ਆ ਜੀ, ਇਹ ਵੀ ਬਖਸ਼ਿਸ਼। ਹਾਂਜੀ, ਇੰਨਾ ਕੁਝ ਹੋਣ ਦੇ ਬਾਵਜੂਦ ਸਤਿਗੁਰੂ ਉਹਨਾਂ ਤੇ ਖੁਸ਼ ਆ, ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਸੱਚ ਬੋਲਿਆ, ਗੁਰੂ ਦੀ ਖੁਸ਼ੀ ਤੁਹਾਡੇ ਤੇ। ਗੁਰੂ ਤੁਸੀਂ ਸੇਵਾ ਨਾਲ ਜੁੜੇ ਹੋਏ ਆ, ਤੁਸੀਂ ਸਿਮਰਨ ਨਾਲ ਜੁੜੇ ਹੋਏ ਆ, ਤੁਹਾਡੇ ਤੇ ਸਤਿਗੁਰੂ ਖੁਸ਼ ਆ। ਇਹਦਾ ਮਤਲਬ ਤੁਸੀਂ ਬਖਸ਼ਿਸ਼ ਲੈ ਹੀ ਰਹੇ, ਬਖਸ਼ਿਸ਼ ਉਹਨਾਂ ਤੇ ਹੈਗੀ ਆ, ਬਖਸ਼ਿਸ਼ ਲੈ ਹੀ ਰਹੇ। ਪਰ ਜਾਰਾ ਕਈ ਵਾਰੀ ਕਲਾ ਵਰਤਦੀ ਹੁੰਦੀ ਆ, ਇੱਦਾਂ ਕਹਿੰਦੇ ਕੁਝ ਦਿਨ ਹੋਰ ਬੀਤੇ। ਠੀਕ। ਸਤਿਗੁਰੂ ਦੀ ਹਜ਼ੂਰੀ ਸਭ ਤੋਂ ਜ਼ਿਆਦਾ ਸ਼ਮੀਰ ਰਿਹਾ ਕਰਦਾ ਸੀ, ਇਸੇ ਕਰਕੇ ਬਹੁਤੀਆਂ ਜਿਹੜੀਆਂ ਇਤਿਹਾਸ ਦੀਆਂ ਸਾਂਭੇ ਹੋਏ ਵਾਕਿਆ ਸ਼ਮੀਰ ਦੇ ਨਾਮ ਦੇ ਸਾਂਭੀਆਂ ਹੋਈਆਂ ਜੀ। ਸ਼ਮੀਰ ਨਾਲ ਰਹਿੰਦਾ ਹੁੰਦਾ ਸੀ, ਬਾਕੀ ਚਲੋ ਜਗੀਰ ਦੇ ਕੰਮ ਸੀ, ਤਖਤੂ ਨੇ ਵੀ ਕਰਨੇ, ਲਖਬੀਰ ਨੇ ਵੀ ਕਰਨੇ, ਆਉਂਦੇ ਉਹ ਵੀ ਸੀਗੇ ਬਾਹਰ ਦੇ ਪਹਿਰਿਆਂ ਤੇ ਹੁੰਦੇ ਹੋਣਗੇ, ਹੋਰ ਬਾਕੀ ਖਿਆਲ ਰੱਖਣੇ ਉਹਨਾਂ ਦੇ ਹੁੰਦੇ, ਲੰਗਰ ਦਾ ਇੰਤਜ਼ਾਮ ਕਰਨਾ। ਸਤਿਗੁਰ ਦੇ ਨੇੜੇ ਸ਼ਮੀਰ ਸੀ, ਨੇੜੇ ਰਹਿੰਦਾ ਸੀ ਔਰ ਸ਼ਮੀਰ ਨੇੜੇ ਬੈਠਾ ਸੇਵਾ ਕਰ ਰਿਹਾ, ਸ਼ਰਧਾ ਦੇ ਨਾਲ ਸੇਵਾ ਕਰ ਰਿਹਾ ਆ। ਤੇ ਸਤਿਗੁਰ ਜੀ ਨਿਹਾਲ ਹੋਇਆ। ਹਾਂਜੀ, ਸਤਿਗੁਰੂ ਜੀ ਉੱਤੇ ਨਿਹਾਲ ਆ ਤੇ ਸਤਿਗੁਰੂ ਜੀ ਨਿਹਾਲ ਹੋ ਕੇ ਕਹਿੰਦੇ, ਸ਼ਮੀਰ ਅੱਜ ਗੁਰੂ ਤੇਰੇ ਤੇ ਫਿਰ ਤਰੁੱਠ ਪਈ। ਦੋ ਮੌਕੇ ਗਵਾਏ, ਤੀਜਾ ਮੌਕਾ ਗਵਾਈ ਨਾ, ਮੰਗ ਲੈ ਜੋ ਮੰਗਣਾ ਹੈ ਅੱਜ। ਹਾਂਜੀ, ਜੋ ਮੰਗੇਗਾ ਉਹ ਮਿਲ ਜਾਏਗਾ ਜੀ। ਤੇ ਹੁਣ ਚੇਤਨ ਹੋ ਚੁੱਕਾ ਆ, ਗੁਰੂ ਸਾਹਿਬ ਨੂੰ ਸਮਝਣ ਲੱਗ ਪਿਆ ਕੁਝ ਜੀ ਜੀ। ਤੇ ਕਹਿੰਦਾ ਸਤਿਗੁਰੂ ਜੀ ਜੇ ਬਖਸ਼ੀਆਂ ਕੀਤੀਆਂ, ਰਹਿਮਤਾਂ ਕੀਤੀਆਂ, ਫਿਰ 84 ਦਾ ਆਵਾਗਮਨ ਕੱਟ ਦਿਓ। ਦੁਨੀਆ ਦੀ ਚੀਜ਼ ਕੀ ਮੰਗਣੀ ਫਿਰ ਜੀ ਜੀ ਜੀ, ਤਕੀਰ ਆ ਚੁੱਕੀ ਹੋਈ ਆ। ਸਤਿਗੁਰੂ ਜੀ 84 ਕੱਟ ਦਿਓ, ਹਾਂਜੀ, ਆਵਾਗਮਨ ਕੱਟ ਦਿਓ, ਜਨਮ ਮਰਨ ਤੋਂ ਕੱਟ ਦਿਓ, ਸਾਡਾ ਭਰੋਸਾ ਨਹੀਂ ਬਚਦਾ ਪਿਆ, ਪਰ ਤੁਸੀਂ ਕਰ ਸਕਦੇ, ਕੱਟ ਦਿਓ। ਤੇ ਸਤਿਗੁਰੂ ਕਹਿੰਦੇ, ਪਹਿਲਾਂ ਥੋੜੇ ਚਿਰ ਖਾਮੋਸ਼ ਰਹੇ ਸਤਿਗੁਰੂ, ਖਾਮੋਸ਼ ਰਹੇ, ਕਹਿੰਦੇ ਸ਼ਮੀਰ ਕੁਛ ਹੋਰ ਮੰਗ। ਠੀਕ ਹੈ, ਇਹ ਤੂੰ ਆਪਣੀ ਪਾਇਆ ਤੋਂ ਜ਼ਿਆਦਾ ਮੰਗ ਲਿਆ, ਠੀਕ ਹੈ, ਕੁਛ ਹੋਰ ਮੰਗ। ਹਾਂਜੀ, ਹੋਰ ਜੋ ਵੀ ਮੰਗੇਗਾ ਦਿਆਂਗੇ। ਇਹ ਕਹਿੰਦਾ ਸਤਿਗੁਰੂ ਜੀ ਜੇ ਤਰੁੱਠੀਆਂ ਦੇਣ ਹੀ ਲੱਗੇ ਆ ਜੀ, ਤੇ ਫਿਰ ਆਵਾਗਮਨ ਹੀ ਕੱਟੋ, ਹੋਰ ਕੁਝ ਚਾਹੀਦਾ ਨਹੀਂ। ਆਵਾਗਮਨ ਕੱਟ ਦਿਓ, 84 ਤੋਂ ਬਚਾ ਲਓ, ਮੁਕਤੀ ਦੇ ਦਿਓ, ਆਪਣੇ ਚਰਨਾਂ 'ਚ ਰੱਖ ਲਓ, ਸੱਚਖੰਡ ਦਾ ਜੀਵਨ ਦੇ ਦਿਓ ਜੀ ਜੀ, ਹੋਰ ਕੁਝ ਨਹੀਂ ਚਾਹੀਦਾ। ਸਤਿਗੁਰੂ ਸ਼ਮੀਰ ਵੱਲ ਦੇਖਦੇ ਆ, ਕਹਿੰਦੇ ਸ਼ਮੀਰ ਤੇਰੀ ਹਲੇ ਸਾਧਨਾ ਉਨੀ ਨਹੀਂ, ਤੇਰਾ ਤਾਂ ਹਲੇ ਭਰੋਸਾ ਵੀ ਪੂਰਾ ਨਹੀਂ ਬਚਦਾ ਪਿਆ ਹਾਂਜੀ, ਕਿ ਤੂੰ ਸੱਚਖੰਡ ਬੈਠ ਸਕੇ। ਸੇਵਾ ਤੇਰੀ ਹੈਗੀ ਆ, ਸਿਮਰਨ ਵੀ ਹੈਗਾ ਆ, ਪਰ ਭਰੋਸਾ ਜੇ ਉੱਡਾ ਨਹੀਂ, ਇਸ ਕਰਕੇ ਕੁਝ ਹੋਰ ਮੰਗ ਲਾ ਜੀ। ਤੀਸਰੀ ਵਾਰੀ ਫੇਰ ਸਤਿਗੁਰੂ ਨੇ ਕਿਹਾ ਜੀ। ਤੇ ਸ਼ਮੀਰ ਅੱਗੋਂ ਕਹਿੰਦਾ ਕੋਈ ਬਾਣੀ ਪੜ੍ਹਨ ਲੱਗ ਪਈ, ਬਾਣੀ ਸੁਣਨ ਲੱਗ ਪਿਆ ਸੀਗਾ। ਹਾਂਜੀ, ਬਾਣੀ ਯਾਦ ਹੋਣ ਲੱਗ ਪਈ ਸੀ, ਬਾਣੀ ਵਸਣ ਲੱਗ ਪਈ ਸੀ ਅੰਦਰ। ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਹੀ ਵੱਡਿਆਂ ਨੇ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਨੇ ਫਰਮਾਨ ਕੀਤਾ ਹੋਇਆ ਜੀ ਕਿ ਸਾਧੂ ਕੇ ਸੰਗ ਸਾਧ ਕੇ ਸੰਗ ਨਹੀਂ ਕਿਸ਼ਕਾਲ, ਸਾਧ ਕੇ ਸੰਗ ਨਹੀਂ ਕਿਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਕਿ ਸਾਧ ਦੇ ਕੋਲ ਜੇ ਬੈਠੇ ਹੋਈਏ, ਜੇ ਗੁਰੂ ਦੇ ਕੋਲ ਬੈਠੇ ਹੋਈਏ, ਭਗਤੀਆਂ ਦੇ ਕੋਲ ਬੈਠੇ ਹੋਈਏ, ਜੇ ਨਾਮ ਸਿਮਰਨ ਦੇ ਕੋਲ ਬੈਠੇ ਹੋਈਏ, ਸਾਧ ਕੇ ਸੰਗ ਨਹੀਂ ਕਿਸ਼ਕਾਲ, ਤੁਹਾਨੂੰ ਬਹੁਤ ਕਾਲ ਕਰਨ ਦੀ ਲੋੜ ਪੈਂਦੀ ਨਹੀਂ ਜੀ। ਦਰਸ਼ਨ ਭੇਟਤ ਹੋਤ ਨਿਹਾਲ, ਗੁਰੂ ਦੇ ਦਰਸ਼ਨ ਨਾਲ ਹੀ ਬੰਦਾ ਨਿਹਾਲ ਹੋ ਜਾਂਦਾ ਆ ਜੀ। ਤੇ ਮੈਂ ਤਾਂ ਤੁਹਾਡੇ ਰੋਜ਼ ਦਰਸ਼ਨ ਕਰਦਾ ਹਾਂਜੀ, ਤੇ ਉਹ ਵਜਨ ਪੂਰਾ ਕਰੋ, ਹੁਣ ਮੈਨੂੰ ਨਿਹਾਲ ਕਰ ਦਿਓ ਜੀ ਜੀ। ਤੇ ਜੀਵਨ ਦੇ ਵਜਨ ਤੇ ਗੋਏ ਕਹਤਾ ਵੀ ਹਾਂਜੀ ਕੱਟੋ ਆਵਾਗਮਨ 84 ਕੱਟੋ ਜੀ। ਹੁਣ ਤਰੁੱਠਿਆ ਵਜਨ ਤੁਸੀਂ ਕੀਤਾ ਆ ਜੀ। ਹੁਣ ਜਦੋਂ ਗੁਰਬਾਣੀ ਦੀ ਪੰਕਤੀ ਬੋਲ ਦਿੱਤੀ, ਸਤਿਗੁਰੂ ਮੁਸਕਰਾਏ, ਕਹਿੰਦੇ ਮੰਗਣਾ ਆ ਗਿਆ ਤੈਨੂੰ। ਹਾਂਜੀ ਸ਼ਮੀਰ ਤੈਨੂੰ ਮੰਗਣਾ ਆ ਗਿਆ। ਤੇ ਜਦੋਂ ਉਹਨੇ ਕਹਿਣਾ ਵੀ ਦਰਸ਼ਨ ਭੇਟਤ ਹੋਤ ਨਿਹਾਲ, ਤੇ ਸਤਿਗੁਰੂ ਨੇ ਕਹਿਤਾ ਸ਼ਮੀਰ ਗੁਰੂ ਨਿਹਾਲ ਜੀ, ਨਿਹਾਲ 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 ਤੇਰਾ ਕੱਟਿਆ ਕਾਲ। ਇਸ ਸਾਡੇ ਪੁਰਾਤਨ ਲਿਖਤਾਂ 'ਚ ਲਿਖੇ ਹੋਏ ਅੱਖਰ ਮਿਲਦੇ ਆ ਹਾਂਜੀ। ਇਹ ਸ਼ਮੀਰ ਗੁਰੂ ਨਿਹਾਲ 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 ਤੇਰਾ ਕੱਟਿਆ ਕਾਲ, ਤੇਰੀ ਆਵਾਗਮਨ ਕੱਟ ਦਿੰਦਾ ਜੀ। ਬੜਾ ਖੁਸ਼
ਸ਼ਾਮ ਦਾ ਦੀਵਾਨ ਸੀ। ਹਾਂਜੀ। ਦੀਵਾਨ ਚੋਂ ਘਰ ਗਿਆ, ਘਰ ਜਾ ਕੇ ਹੁਣ ਫਿਰ ਬਾਅਦ 'ਚ ਸੌਣਾ ਹੀ ਸੀਗਾ ਜੀ। ਸਵੇਰ ਤੋਂ ਸਵੇਰ ਬਾਅਦ 'ਚ ਸੀਗਾ ਸਾਰੇ ਤਾਂ। ਹਾਂਜੀ ਹਾਂਜੀ। ਘਰ ਜਾ ਕੇ ਸੁੱਤਾ ਆ, ਜਦੋਂ ਸੁੱਤਾ, ਜਦੋਂ ਅੱਖ ਲੱਗੀ ਉਦੋਂ ਨਾਲ ਹੀ ਅੱਖ ਲੱਗਦਿਆਂ ਸੁਪਨੇ ਆਉਣੇ ਸ਼ੁਰੂ ਹੋ ਗਏ। ਠੀਕ। ਪਹਿਲਾ ਸੁਪਨਾ ਆਇਆ ਕਾਂ ਦੀ ਜੂਨ 'ਚ ਪੈ ਗਿਆ, ਜੀ। ਮਰ ਗਿਆ ਆ, ਕਾਂ ਦੀ ਜੂਨ 'ਚ ਪੈ ਗਿਆ। ਕਿਸੇ ਨੇ ਕਾਂ ਦੀ ਜੂਨ 'ਚ ਬੈਠਾ, ਕਿਸੇ ਨੇ ਗਲੇਲ ਮਾਰੀ ਆ, ਮਰ ਗਿਆ। ਬਾਅਦ 'ਚ ਇੱਲ ਦੀ ਜੂਨ 'ਚ ਪੈ ਗਿਆ। ਜੀ। ਇੱਲ ਦੀ ਜੂਨ 'ਚ ਹੱਡ ਖਾਦੇ ਆ, ਮਰ ਗਿਆ। ਮੋਰ ਦੀ ਜੂਨ 'ਚ ਪੈ ਗਿਆ। ਜੀ। ਮੋਰ ਦੀ ਜੂਨ 'ਚੋਂ ਚਕਵੇ ਦੀ ਜੂਨ 'ਚ ਪੈ ਗਿਆ। ਚਕਵੇ ਦੀ ਜੂਨ 'ਚ ਬਾਅਦ ਚਿੜੇ ਦੀ ਜੂਨ 'ਚ ਪੈ ਗਿਆ, ਫਿਰ ਹੰਸ ਦੀ ਜੂਨ 'ਚ ਪੈ ਗਿਆ, ਫਿਰ ਹਿਰਨ ਦੀ ਜੂਨ 'ਚ ਪੈ ਗਿਆ, ਕੀੜੀ ਦੀ ਜੂਨ 'ਚ ਪੈ ਗਿਆ, ਕਿਰਲੀ ਦੀ ਜੂਨ 'ਚ ਪੈ ਗਿਆ। ਕਦੀ ਪੰਛੀ, ਕਦੀ ਜਾਨਵਰ, ਕਦੀ ਪੰਛੀ, ਕਦੀ ਜਾਨਵਰ। ਇਹਨੇ ਕਿੰਨੀਆਂ ਹੀ ਜੂਨਾਂ ਇਦਾਂ ਭੁਗਤ ਲਈਆਂ। ਹਾਂਜੀ, ਸੁਪਨੇ ਵਿੱਚ ਹੀ। ਸੁਪਨੇ ਵਿੱਚ। ਜੀ ਜੀ। ਤੇ ਅਖੀਰਲੀ ਜੂਨ ਇਹਨੂੰ ਸੁਪਨੇ ਦੇ ਵਿੱਚ ਮਿਲੀ ਆ, ਫਿਰ ਇੱਕ ਬੜੇ ਗਰੀਬ ਘਰ 'ਚ ਆ ਹਾਂਜੀ। ਇਹਦਾ ਜਨਮ ਹੋਇਆ। ਤੇ ਨਿੱਕਾ ਜਿਹਾ ਕੋਈ ਪਿੰਡ ਆ ਹਾਂਜੀ। ਜੰਗਲ ਦੇ ਵਿੱਚ। ਜੀ ਜੀ। ਪਿੰਡ ਕੀ 2-4 ਝੁੱਗੀਆਂ ਆ, ਝੁੱਗੀਆਂ ਵਾਲੇ ਜਿੱਦਾਂ ਘਰ ਹੁੰਦੇ ਉਹਨਾਂ ਘਰਾਂ 'ਚ ਹਾਂਜੀ। ਜਨਮ ਹੋਇਆ। ਤੱਪੜ ਜੀ ਦੀਆਂ ਝੁੱਗੀਆਂ ਆ, ਜੀ। ਕਾਨੇ ਜਾਂ ਉੱਤੇ ਪਾਏ ਹੋਏ ਆ। ਵਿਆਹ ਹੋਇਆ, ਵੱਡਾ ਹੋਇਆ, ਵਿਆਹ ਗਿਆ, ਬੱਚੇ ਹੋ ਗਿਆ, ਕੁਟੁੰਬ ਵੱਡਾ ਬਣ ਗਿਆ। ਜੀ। ਤੇ ਉਧਰੋਂ ਉਸ ਇਲਾਕੇ ਦੇ ਵਿੱਚ ਕੋਈ ਫਸਲ ਦੀ ਕਾਲ ਪੈ ਗਿਆ ਹੋਇਆ ਆ, ਖਾਣ ਪੀਣ ਨੂੰ ਕੁਛ ਨਹੀਂ, ਭੁੱਖ ਭਰੀ ਪੈ ਗਈ ਘਰ 'ਚ ਪੂਰੀ ਤਰ੍ਹਾਂ। ਤੇ ਪਰਿਵਾਰ ਨੂੰ ਨਾਲ ਲੈ ਕੇ ਜੰਗਲ ਵੱਲ ਨੂੰ ਤੁਰ ਪਿਆ ਆ ਵੀ ਉੱਥੇ ਦਰਖਤਾਂ ਦੇ ਕੋਲ ਫਰੂਟ ਹੋਊਗਾ, ਫਰੂਟ ਖਾ ਕੇ ਫਲ ਫਰੂਟ ਹੋਊਗਾ, ਬਾਕੀ ਤਾਂ ਕੁਛ ਰਿਹਾ ਨਹੀਂ, ਕਦੋਂ ਮਿਲਣਾ ਵੀ ਕੁਛ ਨਹੀਂ, ਜਾ ਕੇ ਛਕਦੇ ਆ। ਜੀ। ਤੇ ਜੰਗਲ 'ਚ ਇੱਕ ਪੀਲੂ ਦਾ ਦਰਖਤ ਆ, ਬੜੀਆਂ ਵਧੀਆ ਪੀਲੂ ਲੱਗੀਆਂ, ਤੇ ਪੀਲੂ ਦੇ ਕੋਲੋਂ ਪਹਿਲਾਂ ਥੱਲੋਂ ਪੀਲੂ ਤੋੜੀਆਂ ਆ। ਜੀ। ਕੁਛ ਆਪ ਖਾਧੀਆਂ ਆ, ਕੁਛ ਪਰਿਵਾਰ ਨੂੰ ਖਵਾਈਆਂ, ਫਿਰ ਆਪ ਉੱਤੇ ਚੜ ਗਿਆ, ਬੱਚੇ ਛੋਟੇ ਆ। ਜੀ। ਆਪ ਉੱਤੇ ਚੜ ਗਿਆ ਆ ਤੇ ਪੀਲੂ ਤੋੜ ਕੇ ਥੱਲੇ ਆਪਣੀ ਘਰ ਵਾਲੀ ਦੀ ਬੱਚਿਆਂ ਲਈ ਸਿੱਟੀ ਜਾ ਰਿਹਾ ਆ। ਜੀ। ਤੇ ਨਾਲ ਪੀਲੂ ਤੋੜਨ ਦਾ ਲਾਲਚ ਕਰਦਾ ਵੱਡੇ ਟਾਹਣਾ ਤੋਂ ਛੋਟੇ ਟਾਹਣਾ ਲਈ ਜਾਈ ਜਾਂਦਾ, ਨਾਲ ਉੱਤੇ ਨੂੰ ਜਾਈ ਜਾਂਦਾ, ਨਾਲ ਜਾਈ ਜਾਂਦਾ, ਨਾਲ ਆਪ ਖਾਈ ਜਾਂਦਾ ਆ। ਜੀ ਜੀ। ਨਾਲ ਥੱਲੇ ਸੀ ਤੇ ਕਹਿੰਦਾ ਕੁਝ ਖਾ ਵੀ ਲਿਆ, ਕੁਝ ਜਮਾ ਵੀ ਕਰ ਲਓ। ਹਾਂਜੀ ਵੀ ਹਾਂਜੀ। ਪਤਾ ਨਹੀਂ ਪੀਲੂਆਂ ਦਾ ਇਹੀ ਦਰਖਤ ਆ, ਗਾਂ ਪਤਾ ਨਹੀਂ ਪੀਲੂ ਵੀ ਮਿਲਣੇ ਕਿ ਨਹੀਂ ਮਿਲਣੇ, ਝੋਲੀਆਂ 'ਚ ਭਰ ਲਓ, ਕੁਝ ਝੋਲੀਆਂ ਭਰ ਲਓ। ਨਾਲ ਇਹ ਕਹੀ ਜਾ ਰਿਹਾ ਹੈਗਾ ਆ, ਤੇ ਨਾਲ ਇਹ ਤੋੜੀ ਜਾ ਰਿਹਾ, ਹੋਰ ਇਕੱਠੇ ਕਰੀ ਜਾ ਰਿਹਾ। ਹਾਂਜੀ। ਵੱਡੇ ਟਾਹਣੇ ਤੋਂ ਛੋਟੇ ਟਾਹਣੇ ਤੇ ਗਿਆ, ਤੇ ਇੱਕ ਟਾਹਣਾ ਇੰਨਾ ਕੁ ਪਤਲੇ ਟਾਹਣੇ ਤੇ ਚਲ ਗਿਆ, ਪੀਲੂ ਤੋੜਦਾ ਗਾਂ ਦਾ ਪੀਲੂ ਪਤਾ ਹੀ ਨਹੀਂ ਲੱਗਾ, ਟਾਹਣਾ ਟੁੱਟਾ ਤੇ ਥੱਲੇ ਡਿੱਗ ਪਿਆ। ਹਾਂਜੀ। ਥੱਲੇ ਡਿੱਗਾ ਤੇ ਆਉਂਦਿਆਂ ਨੂੰ ਸੱਟ ਲੱਗੀ, ਚੀਕ ਨਿਕਲੀ ਆ, ਤੇ ਨਾਲ ਹੀ ਪ੍ਰਾਣ ਨਿਕਲ ਗਏ। ਹਾਂਜੀ। ਬੜੀ ਚੀਕ ਨਿਕਲੀ ਹੋਈ, ਇੰਨੀ ਡਰਾਉਣੀ ਸੀਗੀ ਜੀ ਕਿ ਸੱਚੀ ਮੁੱਚੀ ਚੀਕ ਨਿਕਲ ਗਈ। ਹਾਂਜੀ। ਤੇ ਚੀਕ ਨਿਕਲੀ ਤੇ ਇੱਕਦਮ ਉੱਪੜ ਉੱਠ ਕੇ ਬੈਠ ਆਪਣੇ ਮੰਜੇ ਤੇ ਬੈਠ ਗਿਆ ਆ, ਆਪਣੇ ਪਲੰਘ ਤੇ ਬੈਠਾ ਆ, ਬੜਾ ਹੈਰਾਨ ਪਰੇਸ਼ਾਨ। ਹਾਂਜੀ। ਵੀ ਕਿਹੋ ਜਿਹਾ ਸੁਪਨਾ, ਅੱਗੇ ਕਦੀ ਨਹੀਂ, ਅੱਗੇ ਤੱਕ ਦੇ ਸੁਪਨਾ ਵੀ ਆਉਂਦਾ, ਬਾਣੀ ਦਾ ਆਉਂਦਾ ਹੁੰਦਾ ਸੀ, ਬਾਣੀ ਸਾਰੇ ਜਿਹੜੀ ਸਤਿਗੁਰ ਦੇ ਕੋਲ ਰਹਿਣਾ, ਸਾਖੀਆਂ ਦਾ ਆਉਣਾ। ਅੱਜ ਸੁਪਨੇ 'ਚ ਕੀ ਕੋਈ ਵਾਪਰ ਗਿਆ ਆ, ਯਾਦ ਆ ਸਾਰਾ ਕੁਝ। ਹਾਂਜੀ। ਵੀ ਕਿੱਦਾਂ ਕਾਂ ਦੀ ਜੂਨ ਭੁਗਤੀ ਆ, ਇੱਲ ਦੀ ਭੁਗਤੀ ਆ, ਮੋਰ ਦੀ ਭੁਗਤੀ ਆ, ਚਕਵੇ ਦੀ ਭੁਗਤੀ ਆ, ਚਿੜੀ ਦੀ ਭੁਗਤੀ ਆ, ਹੰਸ ਦੀ ਭੁਗਤੀ ਆ, ਹਿਰਨ ਦੀ ਭੁਗਤੀ ਆ, ਕੀੜੀ ਦੀ ਭੁਗਤੀ ਆ, ਕਿਰਲੀ ਦੀ ਭੁਗਤੀ ਆ, ਜਾਨਵਰਾਂ ਦੀਆਂ ਜੂਨਾਂ ਵੀ ਮਿਲੀਆਂ, ਪੰਛੀਆਂ ਦੀਆਂ ਜੂਨਾਂ ਮਿਲੀਆਂ, ਤੇ ਬਾਅਦ ਚੋਂ ਗਰੀਬ ਘਰ 'ਚ ਜਨਮ ਵੀ ਹੋਇਆ। ਕਿੱਥੇ ਸਰਦਾਰੀਆਂ, ਜ਼ਗੀਰਦਾਰੀਆਂ, ਕਿੱਥੇ ਆਇਆਂ ਨੂੰ ਲੰਗਰ ਛਕਾਉਣ ਵਾਲੇ, ਕਿੱਥੇ ਆਪ ਪੀਲੂ ਤੋੜਨ ਜਾਣਾ ਪੈ ਰਿਹਾ ਆ। ਬੜਾ ਹੈਰਾਨ ਜਿਹਾ, ਹੁਣ ਨੀਂਦ ਕਿੱਥੇ ਆਉਣੀ ਦੁਬਾਰਾ। ਅੱਬੜ ਵਾਇਆ ਸੁਪਨਾ ਉੱਠਿਆ, ਪੈਰ ਤੜਕਾ ਹੋ ਗਿਆ ਹੋਇਆ। ਹਾਂਜੀ। ਤੇ ਬਾਰ-ਬਾਰ ਨਿਕਲ ਗਿਆ ਜੰਗਲ ਪਾਣੀ ਲਈ। ਜੰਗਲ ਪਾਣੀ ਗਿਆ ਆ, ਤੇ ਸਾਖੀ ਵਾਲਾ ਜਿਹੜਾ ਸਾਖੀਕਾਰ ਕਹਿੰਦਾ ਕਿ ਇਹਨੇ ਦੇਖਿਆ ਕਿ ਇਹਦੇ ਪੇਟ ਦੇ ਵਿੱਚੋਂ ਪੀਲੂ ਜਿਹੜੇ ਖਾਧੇ ਉਹ ਨਿਕਲ ਰਹੇ। ਅੱਛਾ ਜੀ। ਉਹਨਾਂ ਦਾ ਮਲ ਨਿਕਲ ਰਿਹਾ। ਠੀਕ। ਹੈਰਾਨ ਹੋਇਆ ਵੀ ਮੈਂ ਤਾਂ ਪੀਲੂ ਖਾਧੇ ਨਹੀਂ। ਜੀ ਜੀ ਜੀ। ਉਹ ਤਾਂ ਸੁਪਨਾ ਹੀ ਸੀ। ਉਹ ਤਾਂ ਸੁਪਨਾ ਸੀਗਾ। ਪਰ ਆ ਗਿਆ, ਦਾਤਨ ਤੋੜ ਲਈ ਆ ਨਿੰਮ ਤੋਂ, ਜਿੱਦਾਂ ਆਮ ਤੋੜ ਲੈਂਦੇ ਸੀ, ਨਿੰਮ ਟਾਲੀ ਕਿੱਕਰ ਦੀਆਂ ਆਪਾਂ ਦਾਤਨਾਂ ਕਰਦੇ ਹੁੰਦੇ ਸੀ, ਨਿੰਮ ਦੀ ਦਾਤਨ ਤੋੜੀ ਆ ਕੇ ਦਾਤਨ ਕਰਨ ਲੱਗਾ ਆ, ਕੁਰਲਾ ਕੀਤਾ, ਤੇ ਮੂੰਹ ਦੇ ਵਿੱਚੋਂ, ਕੁਰਲੇ ਦੇ ਵਿੱਚੋਂ ਫਿਰ ਪੀਲੂ ਦੇ ਬੀਜ ਨਿਕਲੇ ਆ। ਠੀਕ। ਬਹੁਤ ਹੈਰਾਨ ਹੋਇਆ ਵੀ ਸੁਪਨਾ ਸੀ ਕਿ ਸੱਚ ਸੀ। ਹਾਂਜੀ। ਪਤਾ ਨਹੀਂ ਲੱਗਦਾ, ਜਦੋਂ ਅੱਖਾਂ ਮੀਟਦਾ ਉਹ ਸੱਚ ਲੱਗਦਾ ਆ। ਹਾਂਜੀ। ਜਦੋਂ ਅੱਖਾਂ ਖੋਲਦਾ ਆ ਉਹ ਲੱਗਦਾ ਮੈਂ ਤਾਂ ਇਸ ਘਰ ਦਾ ਜ਼ਗੀਰਦਾਰ ਆ। ਜੀ। ਤੇ ਉਹਦੀ ਬਿਰਤੀ ਜਿਹੜੀ ਆ, ਉਹ ਉੱਤੇ ਜਿਹੜੀ ਸੁਪਨੇ ਵਾਲੀ ਬਿਰਤੀ ਉੱਤੇ ਹਾਵੀ ਹੋਈ ਆ। ਤੇ ਜਦੋਂ ਹੁਣ ਖੰਗਾਰਿਆ, ਉਦੋਂ ਫਿਰ ਪੀਲੂ ਦੇ ਬੀਜ ਨਿਕਲੇ ਆ, ਪੀਲੂ ਨਿਕਲਿਆ। ਹਾਂਜੀ। ਥੁੱਕ ਕਰਦਾ ਤੇ ਪੀਲੂ ਵਾਲੀ ਨਿਕਲਦੀ ਆ। ਬੜਾ ਜਾਨੀ ਖੰਗਾਰਦਾ ਤਾਂ ਕਰਕੇ, ਤੇ ਇਹ ਬੜਾ ਪਰੇਸ਼ਾਨ ਜਿਹਾ ਹੁੰਦਾ। ਇੱਦਾਂ ਪਰੇਸ਼ਾਨੀ ਦੇ ਵਿੱਚ ਤਿਆਰ ਹੁੰਦਾ ਆ। ਹਾਂਜੀ। ਇਸ਼ਨਾਨ ਪਾਣੀ ਕਰਦਾ ਤਿਆਰ ਹੁੰਦਾ ਜੀ, ਤਿਆਰ ਹੋ ਕੇ ਤੇ ਸਤਿਗੁਰੂ ਦੇ ਦਰਬਾਰ ਚਲ ਜਾਂਦਾ। ਠੀਕ ਹੈ। ਦੀਵਾਨ ਸੁਣਦਾ, ਕੁਛ ਸ਼ਾਂਤੀ ਆਉਂਦੀ ਮਨ ਦੀ। ਹਾਂਜੀ। ਤੇ ਜਦੋਂ ਸਤਿਗੁਰੂ ਦੇ ਕੋਲ ਜਾ ਕੇ ਬਹਿੰਦਾ ਆ, ਫਿਰ ਬੈਠਣਾ ਹੁੰਦਾ, ਦੁੱਖ ਸੁੱਖ ਕਰਨਾ ਹੁੰਦਾ ਆ। ਜੀ ਜੀ। ਤੇ ਸਤਿਗੁਰੂ ਫੇਰ ਪੁੱਛਦੇ ਆ ਦੀਵਾਨ ਦੀ ਸਮਾਪਤੀ ਤੋਂ ਬਾਅਦ, ਜਦੋਂ ਦੀਵਾਨ ਦੀ ਸੰਪੂਰਨਤਾ ਹੋ ਜਾਂਦੀ ਹੈ ਨਾ। ਹਾਂਜੀ।
ਸਤਿਗੁਰ ਕਹਿੰਦੇ ਆ ਬਈ ਸ਼ਮੀਰ ਰਾਤ ਕਿਵੇਂ ਬੀਤੀ। ਸਤਿਗੁਰੂ ਨੂੰ ਤੇ ਪਤਾ ਸੀ, ਸਤਿਗੁਰੂ ਦਾ ਪਤਾ ਕੀ ਹੋ ਰਿਹਾ ਵੀ ਸ਼ਮੀਰ ਰਾਤ ਕਿਵੇਂ ਬੀਤੀ, ਨੀਂਦ ਸੋਹਣੀ ਆਈ ਜੀ। ਚਿਹਰੇ ਤੇਰੇ ਦੇ ਹਾਵ ਭਾਵ ਕੁਛ ਹੋਰ ਹੀ ਦੱਸਦੇ ਕੁਛ ਹੋਰ ਦੱਸਦੇ ਪਿਆ। ਇਹਨੇ ਹੱਥ ਜੋੜ ਤੇ ਸਤਿਗੁਰੂ ਜੀ ਰਾਤ ਤਾਂ ਇਦਾਂ ਦਾ ਹੋ ਗਿਆ ਵੀ ਕਦੀ ਸੋਚਿਆ ਵੀ ਨਹੀਂ ਜੋ ਕੁਛ ਉਹ ਵਾਪਰ ਗਿਆ ਆ। ਸਾਰੀ ਕਹਾਣੀ ਸੁਪਨੇ ਵਾਲੀ ਦੱਸੀ। ਹਾਂਜੀ। ਤੇ ਸਤਿਗੁਰੂ ਕੋ ਸੁਪਨਾ ਤਾਂ ਸੁਪਨਾ, ਸਵੇਰੇ ਤਾਂ ਜਦੋਂ ਮੈਂ ਖੰਗਾਰ ਕੀਤੇ ਤਾਂ ਵੀ ਮੂੰਹ ਚੋਂ ਪੀਲੂ ਨਿਕਲੇ, ਮੈਨੂੰ ਨਹੀਂ ਲੱਗਦਾ ਕਿ ਸੁਪਨਾ ਕਿ ਸੱਚ ਆ। ਜੀ ਜੀ। ਤੇ ਸਤਿਗੁਰੂ ਕਹਿੰਦੇ ਤੂੰ ਆਪੇ ਤੱਕ ਤੈਨੂੰ ਕਿਹਾ ਸੀ ਤੇਰੀਆਂ ਜੂਨਾਂ ਬਚਦੀਆਂ ਬਹੁਤ। ਹਾਂਜੀ। ਪਰ ਤੂੰ ਮੰਗ ਲਈ ਜੀ। ਤੇ ਤੈਨੂੰ ਕਿਹਾ ਤੇਰਾ ਆਵਾਗਮਨ ਕੱਟਿਆ ਗਿਆ ਤੇ ਲੈ ਸੁਪਨੇ 'ਚ ਕੱਟ ਦਿੱਤਾ ਸਾਰਾ। ਤੇਰੀਆਂ ਜਿੰਨੀਆਂ ਜੂਨਾਂ ਸੀਗੀਆਂ ਸਾਰੀਆਂ ਦੀਆਂ ਸਾਰੀਆਂ ਸੁਪਨੇ 'ਚ ਭੁਗਤਾ ਦਿੱਤੀਆਂ ਆ ਜੀ। ਤੂੰ ਹੁਣ ਆਵਾਗਮਨ ਦੇ ਚੱਕਰਾਂ 'ਚ ਨਹੀਂ ਪੈਂਗਾ। ਇਹ ਤੇਰਾ ਆਖਰੀ ਜਨਮ ਹੈ। ਤੂੰ ਜੀਵਨ ਮੁਕਤਾ ਜਿੱਤੋਂ ਹੋਇਆ ਤੂੰ ਸੱਚਖੰਡ ਬਿਰਾਜਮਾਨ ਹੋਏਗਾ ਤੇ ਜਿੱਥੇ ਅਸੀਂ ਹੋਵਾਂਗੇ ਉੱਥੇ ਨਾਲ ਹੋਏਗਾ। ਠੀਕ। ਇਹ ਸਤਿਗੁਰੂ ਨੇ ਬਚਨ ਕੀਤੇ ਇਹਨੂੰ ਸ਼ਮੀਰ ਨੂੰ। ਸੋ ਤੁਸੀਂ ਕਹਿੰਦੇ ਬਖਸ਼ੀ ਮਿਲ ਗਈ ਨਾ। ਮਿਲ ਗਈ। ਹਾਂਜੀ ਹਾਂਜੀ। ਸੋ ਸ਼ਮੀਰ ਤੇ ਬਖਸ਼ਿਸ਼ ਜਿਹੜੀ ਸਤਿਗੁਰੂ ਦੀ ਮਿਲ ਗਈ। ਸਤਿਗੁਰੂ ਦੀ ਜਿਹੜੀ ਸਭ ਤੋਂ ਵੱਡੀ ਬਖਸ਼ਿਸ਼ ਹੁੰਦੀ ਜੀਵਨ ਮੁਕਤ ਕਰਨ ਵਾਲੀ, ਉਹ ਬਖਸ਼ਿਸ਼ ਸਤਿਗੁਰੂ ਨੇ ਆਪ ਕਰ ਦਿੱਤੀ। ਹੁਣ ਜਦੋਂ ਬੈਠਾ ਸੀਗਾ ਸ਼ਮੀਰ ਨਾਲ ਹੀ ਤੇ ਇਹਦਾ ਇੱਕ ਦੋਸਤ ਆਇਆ ਹੋਇਆ ਸੀਗਾ, ਦਿਆਲਪੁਰੇ ਪਿੰਡ ਦਾ ਤਰਖਾਣ ਸੀਗਾ ਜੀ। ਸਤਿਗੁਰੂ ਦਾ ਸ਼ਰਧਾਲੂ ਸੀ ਖਾਨਦਾਨੀ ਤੌਰ ਦੇ ਉੱਤੇ। ਇਹ ਜਿਹੜਾ ਸੀ ਨਾ ਦਿਆਲਪੁਰੇ ਦਾ ਤਰਖਾਣ ਕੋਲ ਬੈਠਾ ਤੇ ਸ਼ਮੀਰ ਦਾ ਦੋਸਤ ਸੀਗਾ ਨਾਲ ਬੈਠਾ, ਇਸੇ ਕਰਕੇ ਸ਼ਮੀਰ ਦੀ ਦੋਸਤੀ ਸੀ ਇਹਦੇ ਨਾਲ ਜੀ। ਤੇ ਕਹਿੰਦਾ ਸਤਿਗੁਰੂ ਜੀ ਬਖਸ਼ਿਸ਼ ਜਾਨੀ ਜਦੋਂ ਕਿਸੇ ਤੇ ਹੋਣੀ ਹੁੰਦੀ ਆ, ਕਹਿੰਦੇ ਸਤਿਗੁਰੂ ਜੀ ਜਿੱਦਾਂ ਸੁਮੀਲ ਦੀ 84 ਕੱਟੀ ਆ, ਹਾਂਜੀ ਅਸੀਂ ਦੋਸਤ ਅੱਜ ਤਾਂ ਹਮੇਸ਼ਾ ਇਕੱਠੇ ਰਹੇ ਆ, ਮੇਰੀ ਵੀ 84 ਕੱਟੋ। ਇਹ ਨਾ ਹੋਵੇ ਮੇਰੀ 84 ਕੱਟੀ ਗਈ ਹੈ ਤੁਹਾਡੇ ਕੋਲ ਤੁਹਾਡੇ ਚਰਨਾਂ 'ਚ ਤੇ ਮੈਂ ਜੂਨਾਂ 'ਚ ਘੁੰਮਦਾ ਫਿਰਾਂ। ਹਾਂਜੀ ਭਰੋਸਾ ਵੱਧ ਗਿਆ ਨਾ ਜੀ ਜੀ ਜੀ। ਸ਼ਮੀਰ ਦੀ ਗੱਲ ਸੁਣ ਕੇ ਵੀ ਸਾਰਾ ਕੁਝ ਤੇ ਪਹਿਲਾਂ ਵੀ ਭਰੋਸਾ ਸਤਿਗੁਰੂ ਤੇ ਹੈਗਾ ਸੀਗਾ। ਹੁਣ ਕੋਈ ਸੇਵਾ ਨਹੀਂ ਵੱਡੀ ਹੈਗੀ, ਸ਼ਮੀਰ ਦੀ ਦੋਸਤੀ ਆ। ਸਤਿਗੁਰੂ ਦੇ ਚਰਨਾਂ 'ਚ ਆ ਕੇ ਬੈਠਾ, ਸ਼ਰਧਾ ਹੈਗੀ ਗੁਰੂ ਘਰ ਤੇ ਖਾਨਦਾਨੀ ਤੌਰ ਤੇ ਆ ਕੇ ਦੀਵਾਨ ਸੁਣਿਆ ਆ। ਮੈਨੂੰ ਸ਼ਰਧਾ ਤਾਂ ਹੈਗੀ, ਭਰੋਸਾ ਪਰ ਭਰੋਸਾ ਵੱਡਾ ਆ। ਹਾਂਜੀ ਬਿਲਕੁਲ। ਸੇਵਾ ਸ਼ਮੀਰ ਦੀ ਲਖਵੀਰ ਦੀ ਬਹੁਤ ਵੱਡੀ ਹੈ ਜੀ, ਪਰ ਇਹਦਾ ਸਿਰਫ ਆ ਕੇ ਦੀਵਾਨ 'ਚ ਬੈਠਾ ਇਹਦਾ ਭਰੋਸਾ ਹੀ ਆ। ਤੇ ਸ਼ਮੀਰ ਦੀ ਦੋਸਤੀ ਤੇ ਕਹਿੰਦਾ ਸਤਿਗੁਰੂ ਜੀ ਇਹ ਤਾਂ ਨਾ ਗੱਲ ਠੀਕ ਹੋ ਕਿ ਮੇਰਾ ਦੋਸਤ ਤੁਹਾਡੇ ਚਰਨਾਂ 'ਚ ਬੈਠਾ ਹੋਵੇ ਤੇ ਮੈਂ ਜੂਨਾਂ 'ਚ ਚੱਕਰ ਖਾਂਦਾ ਫਿਰਾਂ, ਮੇਰੀ ਵੀ 84 ਕੱਟੋ ਜੀ। ਸਤਿਗੁਰੂ ਨੇ ਗੱਲ ਦੇਖਿਆ, ਮੁਸਕਰਾਏ ਤਾਂ ਮੁਸਕਰਾਏ ਸਤਿਗੁਰੂ। ਸਤਿਗੁਰੂ ਮੁਸਕਰਾਉਂਦੇ ਹੁੰਦੇ ਸੀ ਜੀ ਜੀ। ਸਤਿਗੁਰੂ ਹਰ ਔਖੇ ਸਮੇਂ 'ਚ ਮੁਸਕਰਾਇਆ ਜੀ। ਜਦੋਂ ਕਿਤੇ ਦੁਨੀਆ ਹੰਝੂ ਬਹਾ ਰਹੀ ਸੀ ਜੋ ਸਾਕੇ ਵਰਤੇ ਆ, ਸਤਿਗੁਰੂ ਉਹਨਾਂ ਨੂੰ ਸੁਣਦੇ ਵੀ ਮੁਸਕਰਾਉਂਦੇ ਸੀ ਜੀ ਜੀ। ਇਹ ਸਤਿਗੁਰੂ ਦੀ ਬਖਸ਼ਿਸ਼, ਸਤਿਗੁਰੂ ਦੇ ਨਾਮ ਤੇ ਸਤਿਗੁਰੂ ਮੁਸਕਰਾ ਕੇ ਕਹਿੰਦੇ ਉਹਨੂੰ, ਕਹਿੰਦੇ ਜਾ ਤੇਰੀ ਵੀ 84 ਕੱਟੀ ਠੀਕ ਹੈ। ਤੂੰ ਕਹਿੰਦਾ ਤੇਰਾ ਸਾਥ ਰਹੇ ਜਿਸ ਦਿਨ ਸ਼ਮੀਰ ਮਰੂਗਾ ਜੀ, ਜਿਸ ਦਿਨ ਸ਼ਮੀਰ ਦਾ ਅੰਤਮ ਸਮਾਂ ਆਊਗਾ ਉਸੇ ਦਿਨ ਹੀ ਤੇਰਾ ਅੰਤਮ ਸਮਾਂ ਆਊਗਾ। ਠੀਕ ਹੈ। ਤੁਸੀਂ ਇਸ ਸੰਸਾਰ ਤੋਂ ਜਾਓਗੇ ਵੀ ਇਕੱਠੇ, ਗਾਂ ਦਾ ਸਫ਼ਰ ਵੀ ਇਕੱਠੇ ਰਹੋਗੇ ਤੇ ਗਾਂ ਰਹੋਗੇ ਵੀ ਇਕੱਠੇ। ਤੇਰੀ 84 ਕੱਟੀ ਗਈ, ਇਕੱਠੇ ਰਹਿਣ ਦੀ ਗੱਲ ਕੀਤੀ ਨਾ, ਮਰੋਗੇ ਵੀ ਇਕੱਠੇ। ਠੀਕ। ਸੋ ਇਹ ਸਤਿਗੁਰੂ ਦਾ ਬਚਨ ਹਾਂਜੀ। ਸਾਡਾ ਬਾਅਦ ਕਵੀ ਸੰਤੋਖ ਸਿੰਘ ਨੇ ਇਹ ਗੱਲ ਦਾ ਜ਼ਿਕਰ ਵੀ ਕੀਤਾ ਕਿ ਮਾਨੋ ਇਲਾਕਿਆਂ 'ਚ ਘੁੰਮ ਕੇ ਪੁੱਛ ਪ੍ਰਤੀਤ ਕਰੀ, ਸ਼ਮੀਰ ਤੇ ਉਹ ਤਰਖਾਣ ਭਾਈ ਦੋਨੇ ਇਕੱਠੇ ਗਏ, ਮੈਂ ਨਾ ਭੁੱਲ ਗਿਆ ਉਹ ਦੋਨੇ ਇਕੱਠੇ ਗਏ ਜੀ, ਇੱਕੋ ਦਿਨ ਗਏ ਔਰ ਸਤਿਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ। ਸਤਿਗੁਰੂ ਦੀ ਬਖਸ਼ਿਸ਼ ਦਾ, ਸਤਿਗੁਰੂ ਦੀ ਜਿਹੜੀ ਬਖਸ਼ਿਸ਼ ਹੈ ਨਾ ਕਮਾਲ ਦੀ ਹੈ। ਜਦੋਂ ਮੈਂ ਨਾ ਪ੍ਰਸੰਗ ਇਤਿਹਾਸ ਦਾ ਪੜ੍ਹ ਰਿਹਾ ਸੀਗਾ ਤੇ ਇਹਦੇ ਬਾਰੇ ਵਿਚਾਰ ਕਰ ਰਿਹਾ ਸੀਗਾ, ਮੈਂ ਕਹਿੰਦਾ ਸਤਿਗੁਰੂ ਤੇ ਭਰੋਸਾ ਹੋਵੇ ਤੇ ਸਤਿਗੁਰੂ ਕਿੱਦਾਂ ਬਖਸ਼ਿਸ਼ਾਂ ਕਰਦੇ ਆ, ਰਹਿਮਤਾਂ ਕਰਦੇ ਆ। ਤੇ ਮੈਨੂੰ ਫਿਰ ਕਈ ਵਾਰੀ ਕਿਉਂ ਬੁਨਿਆਦੀ ਤੌਰ ਤੇ ਹੈਗੇ ਤਾਂ ਕਵੀ ਕਵਿਤਾ ਫੁਰਦੀ ਮੈਨੂੰ, ਤੇ ਮੈਨੂੰ ਗੀਤ ਫਿਰਿਆ ਉਦੋਂ। ਠੀਕ ਹੈ। ਮੇਰਾ ਜੀ ਕਰਦਾ ਮੈਂ ਗੀਤ ਦੇ ਬੋਲ ਜਿੰਨਾ ਕੁ ਸਮਾਂ ਆਪਣੇ ਕੋਲ ਇਹਦੇ ਐਪੀਸੋਡ 'ਚ ਰਹਿੰਦਾ ਆ ਉਦੋਂ ਥੋੜੇ ਸਮੇਂ ਲਾ ਕੇ ਮੈਂ ਥੋੜਾ ਜਿਹਾ ਗੀਤ ਦੇ ਬੋਲ ਸਾਂਝੇ ਕੁਝ ਕਰ ਲੈਣਾ ਕਿ ਸਤਿਗੁਰੂ ਜਦ ਮੇਰਾ ਘਰ ਆਉਂਦੇ, ਸਤਿਗੁਰੂ ਮੇਰ ਦੇ ਘਰ 'ਚ ਆ ਗਿਆ ਨਾ ਜੀ ਜੀ, ਮੇਰ ਦੇ ਘਰ 'ਚ ਆਏ ਹੋ ਬਖਸ਼ਿਸ਼ਾਂ ਠੁਕਰਾਈਆਂ ਬੇਸ਼ੱਕ ਸ਼ਮੀਰਾਂ ਨੇ ਆਈਆਂ ਹੋਈਆਂ 2 ਵਾਰੀ, ਪਰ ਉਹਨੇ ਪ੍ਰਾਪਤ ਕੀਤੀਆਂ ਬਾਅਦ ਸਤਿਗੁਰੂ ਨੇ ਦਿੱਤੀਆਂ। ਸਤਿਗੁਰੂ ਦੇਣਾ ਚਾਹੁੰਦੇ ਸੀਗੇ। ਸਤਿਗੁਰੂ ਜਦ ਮੇਰਾ ਘਰ ਆਉਂਦੇ, ਖੁਸ਼ੀਆਂ ਦਾ ਉਹ ਮੀਂਹ ਵਰਸਾਉਂਦੇ, ਗੁਰਸਿੱਖ ਝੋਲੀਆਂ ਭਰਦੇ, ਸਾਡੇ ਸਤਿਗੁਰੂ ਜੀ ਜਦ ਨਿਗਾਹ ਮੇਰ ਦੀ ਕਰਦੇ। ਤਰਖਾਣ ਭਾਈ ਦਿਆਲਪੁਰੇ ਵਾਲੇ ਤੇ ਉਹਦੀ ਵੀ ਹੋ ਗਈ ਜੀ। ਸਤਿਗੁਰੂ ਜਦ ਮੇਰਾ ਘਰ ਆਉਂਦੇ, ਖੁਸ਼ੀਆਂ ਦਾ ਉਹ ਮੀਂਹ ਵਰਸਾਉਂਦੇ, ਗੁਰਸਿੱਖ ਝੋਲੀਆਂ ਭਰਦੇ, ਸਾਡੇ ਸਤਿਗੁਰੂ ਜੀ ਜਦ ਨਿਗਾਹ ਮਿਹਰ ਦੀ ਕਰਦੇ। ਮਿਹਰ ਲੈਣ ਦਾ ਤਰੀਕਾ ਕੀ ਹੈ? ਸੇਵਾ ਸਿਮਰਨ ਢੰਗ ਤਰੀਕਾ, ਲੋਕ ਸੁਖੀ ਪਰਲੋਕ ਵਸੀਕਾ। ਇੱਥੇ ਵੀ ਸੁਖੀ ਤੇ ਉੱਥੇ ਵੀ ਸਤਿਗੁਰੂ ਕਰਨਾ ਜਵਾਬ। ਸੇਵਾ ਸਿਮਰਨ ਢੰਗ ਤਰੀਕਾ, ਲੋਕ ਸੁਖੀ ਪਰਲੋਕ ਵਸੀਕਾ, ਸਭ ਦੁੱਖ ਦਲਿੱਦਰ ਹਰਦੇ, ਸਾਡੇ ਸਤਿਗੁਰੂ ਜੀ ਜਦ ਨਿਗਾਹ ਮਿਹਰ ਦੀ ਕਰਦੇ, ਸਾਡੇ ਸਤਿਗੁਰੂ ਜੀ ਜਦ ਨਿਗਾਹ ਮਿਹਰ ਦੀ ਕਰਦੇ। ਕਲਯੁਗ ਦੇ ਅੰਦਰ ਸੱਚਾ ਮਾਹੀ, ਕਲਯੁਗ ਦੇ ਅੰਦਰ
ਸੱਚਾ ਮਾਹੀ ਸ਼ਬਦ ਗੁਰੂ ਦੀ ਜੋਤ ਅਲਾਹੀ ਸਭ ਕੰਮ ਉਸ ਤੋਂ ਸਰਦੇ ਸਾਡੇ ਸਤਿਗੁਰ ਜੀ ਜਦ ਨਿਗਾਹ ਮਿਹਰ ਦੀ ਕਰਦੇ ਸਾਡੇ ਸਤਿਗੁਰ ਜੀ ਜਦ ਨਿਗਾਹ ਮਿਹਰ ਦੀ ਕਰਦੇ ਤੇ ਵਿਧੀਆਂ ਵੀ ਸਤਿਗੁਰ ਆਪ ਦੱਸਦਾ ਜੀ ਕਿਉਂਕਿ ਤੁਸੀਂ ਵਾਰ-ਵਾਰ ਭਰੋਸੇ ਤੋਂ ਪਰੇ ਹੁੰਦੇ ਆ ਪਰ ਸਤਿਗੁਰ ਕਹਿੰਦੇ ਆ ਵਿਧੀਆਂ ਦੱਸੇ ਆਪ ਵਿਧਾਤਾ ਮੂੰਹੋਂ ਮੰਗੀਆਂ ਦੇਵੇ ਦਾਤਾ ਵਿਧੀਆਂ ਦੱਸੇ ਆਪ ਵਿਧਾਤਾ ਮੂੰਹੋਂ ਮੰਗੀਆਂ ਦੇਵੇ ਦਾਤਾ ਸਭ ਕਿਲਵਖ ਨਸਣ ਡਰਦੇ ਸਾਡੇ ਸਤਿਗੁਰ ਜੀ ਜਦ ਨਿਗਾਹ ਮਿਹਰ ਦੀ ਕਰਦੇ ਸਾਡੇ ਸਤਿਗੁਰ ਜੀ ਜਦ ਨਿਗਾਹ ਮਿਹਰ ਦੀ ਕਰਦੇ ਮੇਰਾ ਖਿਆਲ ਬਿਲਕੁਲ ਜੀ ਸਤਿਗੁਰ ਜੀ ਦੀ ਮਿਹਰ ਦੀ ਨਿਗਾਹ ਸਾਡੇ ਸਾਰੇ ਸੰਸਾਰ ਤੇ ਰਵੇ ਸਾਡੇ ਤੇ ਰਵੇ ਤੇ ਅਸੀਂ ਪ੍ਰੋਗਰਾਮ ਜਿਹੜਾ ਇਦਾਂ ਹੀ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰਦੇ ਰਹੀਏ ਪ੍ਰੋਗਰਾਮ ਕਰਦੇ ਅਗਰ ਸਾਡੇ ਕੋਲ ਗਲਤੀ ਹੋ ਗਈ ਦੋਵੇਂ ਹੱਥ ਜੋੜ ਕੇ ਅਸੀਂ ਤੁਹਾਡੇ ਕੋਲ ਮਾਫੀ ਮੰਗਦੇ ਹਾਂ ਜਿੱਥੋਂ ਅਸੀਂ ਪ੍ਰੋਗਰਾਮ ਦੀ ਸਮਾਪਤੀ ਕੀਤੀ ਹੈ ਕਿ ਸ਼ਮੀਰ ਭਰਾਵਾਂ ਨੇ ਵੇਖੋ ਜੀ ਜਿਸ ਤਰ੍ਹਾਂ ਦੇ ਮਰਜ਼ੀ ਉਹਨਾਂ ਦੇ ਹਾਲਾਤ ਬਣੇ ਮਨ ਡੋਲੇ ਵੀ ਪਰ ਇੱਕ ਸੱਚ ਦਾ ਆਸਰਾ ਲੈ ਕੇ ਸਤਿਗੁਰ ਨੂੰ ਸੱਚ ਹਮੇਸ਼ਾ ਪਸੰਦ ਹੈ ਸੱਚੇ ਇਨਸਾਨ ਪਸੰਦ ਆ ਸੱਚੀ ਸੇਵਾਦਾਰ ਪਸੰਦ ਆ ਸੱਚੇ ਪਹਿਰੇਦਾਰ ਪਸੰਦ ਆ ਪ੍ਰੋਗਰਾਮ ਕਰਦੇ ਆ ਹੋਈਆਂ ਗਲਤੀਆਂ ਦੀ ਦੋਵੇਂ ਹੱਥ ਜੋੜ ਕੇ ਮਾਫੀ ਮੰਗਦੇ ਆ ਇੱਥੇ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ देशवा पर मोहे है शुभ कर्म ते कभू न डरूं और सोच अब जाए लड़ूं निश्चय कर अपनी जीत करूं।